और संस्कृत संस्कृत और संस्कृत ते फारसी विच बहुत माहिर सन आप। ते नौकरी उन्हां दी इत्थे लग गई दिल्ली। उस वेले दारा शिको नाल उन्हां दा आना जाना ज्यादा सी। दारा शिको was the elder son of Shah Jahan, was the elder brother of Aurangzeb. And if we all remember, Aurangzeb later kills him, to become the emperor, ਤੇ ਉੱਥੇ ਨੌਕਰੀ ਲੱਗੀ ਦਿੱਲੀ। ਤੇ ਫਿਰ ਦਾਰਾ ਸ਼ਿਕੋ ਦੀ ਜਦੋਂ ਟ੍ਰਾਂਸਫਰ ਹੋ ਗਈ, ਜਾਂ ਕਹਿ ਲਓ ਕਿ ਉਹਨੂੰ ਮੁਹਿੰਮ ਬਣਾ ਕੇ ਉਹਨੂੰ ਗਵਰਨਰ ਬਣਾ ਕੇ ਕੰਧਾਰ ਦਾ ਭੇਜਿਆ ਗਿਆ। ਕੰਧਾਰ 'ਚ ਇਸ਼ੂ ਆ ਰਹੀਆਂ ਸਨ ਜਾ ਕੇ। ਤੇ ਉਸ ਵੇਲੇ ਦਾਰਾ ਸ਼ਿਕੋ ਨੇ ਇਹਨਾਂ ਦੇ ਡੈਡ ਨੂੰ ਕਿਹਾ ਕਿ ਤੁਸੀਂ ਚਲੇ ਜਾਓ, ਮੇਰੇ ਨਾਲ ਚਲੋ ਕੰਧਾਰ। ਤੇ ਕੰਧਾਰ ਵੱਡੀ ਕੈਪੀਟਲ ਨਹੀਂ ਸੀ ਉਸ ਵੇਲੇ, ਗਜ਼ਨੀ ਸੀ ਵੱਡੀ ਜਗ੍ਹਾ। ਗਜ਼ਨੀ ਅਫਗਾਨਿਸਤਾਨ ਦਾ ਸ਼ਹਿਰ ਹੈ। ਯੂ ਕੈਨ ਲੁੱਕ ਇਟ ਅਪ ਔਨ ਦਾ ਮੈਪ, ਇਟਸ ਦੇਅਰ। ਜਿੱਥੋਂ ਮੁਹੰਮਦ ਗਜ਼ਨੀ ਆਇਆ ਸੀ। ਤੇ ਗਜ਼ਨੀ ਵਿੱਚ ਸੈਟਲ ਹੋਏ ਇਹਨਾਂ ਦੇ ਡੈਡ। ਤੇ ਫਿਰ ਪੂਰੀ ਫੈਮਿਲੀ ਗਜ਼ਨੀ ਜਿਹੜੀ ਹੈ ਦਿੱਲੀ ਤੋਂ ਸ਼ਿਫਟ ਹੋ ਗਈ। ਜਨਮ ਕਿੱਥੇ ਹੋਇਆ ਇਹਦੇ ਉੱਤੇ ਥੋੜੀ ਜਿਹੀ ਹੈ ਕੰਟਰੋਵਰਸੀ। ਕਈ ਕਹਿੰਦੇ ਨੇ ਗਜ਼ਨੀ ਹੋਇਆ, ਕਈ ਕਹਿੰਦੇ ਨੇ ਦਿੱਲੀ ਹੋਇਆ, ਡਸਨਟ ਮੈਟਰ ਕਿੱਥੇ ਹੋਇਆ। ਬਟ ਹੀ ਵਾਸ ਬ੍ਰਾਟ ਅਪ ਇਨ ਅਫਗਾਨਿਸਤਾਨ। ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈ ਸਾਰੀ ਉੱਥੇ ਹੋਈ, ਸਾਰੀ ਛੋਟੇ ਹੁੰਦਿਆਂ ਤੋਂ। ਆਪ ਅਰਬੀ ਵਿੱਚ ਤੇ ਫਾਰਸੀ ਵਿੱਚ ਸਿਰਫ ਇਤਨੇ ਕਾਇਲ ਸਨ, ਇਤਨੇ ਮਤਲਬ ਕਿ ਸਨ ਕਿ he could have taught anybody। ਕੁਰਾਨ ਦੀਆਂ ਆਇਤਾਂ ਉਹਨਾਂ ਨੂੰ ਜ਼ਬਾਨੀ ਯਾਦ ਸਨ, ਕਿ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਸਨ। ਅਰਬੀ ਫਾਰਸੀ ਵਿੱਚ ਤੇ ਸੰਸਕ੍ਰਿਤ ਵਿੱਚ ਵੀ ਬਹੁਤ ਮਾਹਿਰ ਸਨ। ਸੰਸਕ੍ਰਿਤ ਦੇ ਸਾਰੇ ਗ੍ਰੰਥ ਉਹਨਾਂ ਨੇ ਪੜ੍ਹੇ ਹੋਏ ਸਨ। ਆਪ ਇਤਨੇ ਫਾਜ਼ਲ ਹੋਣ ਦੇ ਕਾਰਨ ਉਸ ਘਰ ਵਿੱਚ ਜਨਮ ਹੋਇਆ ਉਹਨਾਂ ਦਾ। ਤੇ ਸ਼ੁਰੂ ਤੋਂ ਉਹਨਾਂ ਦਾ ਮਨ ਪ੍ਰਮਾਤਮਾ ਦੇ ਪਿਆਰ ਨਾਲ, ਪ੍ਰਮਾਤਮਾ ਦੇ ਉਹਨਾਂ ਦੇ ਪ੍ਰੇਮਾ ਭਗਤੀ ਨਾਲ ਮਨ ਸ਼ੁਰੂ ਤੋਂ ਜੁੜਿਆ ਰਿਹਾ। ਇਹ ਬਚਪਨ ਤੋਂ ਕਈਆਂ ਨੂੰ ਇਹ ਹੋ ਜਾਂਦੀ ਹੈ ਕਿ ਉਹਨਾਂ ਨੇ ਮਿਲਣਾ ਸੀ ਅੱਗੇ ਜਾ ਕੇ ਦਸਮ ਪਾਤਸ਼ਾਹ ਨੂੰ, ਅੱਗੇ ਜਾ ਕੇ ਇਹ ਚੀਜ਼ਾਂ ਲਿਖਣੀਆਂ ਸਨ ਉਹਨਾਂ ਨੇ। ਤੇ ਉੱਥੋਂ ਬਚਪਨ ਤੋਂ ਇਸ ਪਾਸੇ ਬਹੁਤ ਅਟਰੈਕਟ ਹੋਏ। ਤੇ ਅਨਫੋਰਚੂਨਟਲੀ ਉਹਨਾਂ ਦੇ ਡੈਡ, ਇੱਕ ਇਸ਼ੂ ਆਇਆ ਉਹਨਾਂ ਦੇ ਡੈਡ ਦੇ ਜਿਤਨੇ ਬੱਚੇ ਪਹਿਲੇ ਹੋਏ ਉਹਨਾਂ ਦੇ ਬ੍ਰਦਰ, ਉਹ ਜ਼ਿਆਦਾ ਸਰਵਾਈਵ ਨਾ ਕਰ ਸਕੇ। ਉਹਨਾਂ ਦੀ ਸੰਤਾਨ ਸਾਲ 1.5 ਸਾਲ ਤੋਂ ਬਾਅਦ ਬੱਚੇ ਦੀ ਡੈਥ ਹੋ ਜਾਂਦੀ ਸੀ। ਤੇ ਇਹਨਾਂ ਦੀ ਡੈਡ ਦੀ ਉਮਰ was 50 years old when he was born. So his dad was pretty on the older side, especially in those days, So ਇਹਨਾਂ ਦੀ ਛੋਟੀ ਉਮਰ ਵਿੱਚ ਹੀ ਡੈਡ ਦੀ ਡੈਥ ਹੋ ਗਈ। ਆਪ ਛੋਟੇ ਸਨ ਉਦੋਂ, 17-18 ਸਾਲ ਦੀ ਉਮਰ ਹੋਣੀ ਹੈ ਜਦੋਂ, 16-17 ਸਾਲ ਦੀ। ਤੇ ਉਸ ਤੋਂ ਬਾਅਦ ਸਾਲ 2 ਸਾਲ ਬਾਅਦ, within a year or two, he lost both his parents। ਤੇ ਇਹ ਬਹੁਤ ਵੱਡਾ ਧੱਕਾ ਉਹਨਾਂ ਦੀ ਜ਼ਿੰਦਗੀ ਨੂੰ ਪਹੁੰਚਿਆ। he was 17-18 years old। ਤੇ ਇਹ ਨਵਾਬ ਕੋਲ ਗਏ ਗਜ਼ਨੀ। ਉੱਥੇ ਕੰਧਾਰ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਕਿ ਜਿਹੜੀ ਨੌਕਰੀ ਮੇਰੇ ਫਾਦਰ ਦੀ ਸੀ ਉਹ ਨੌਕਰੀ ਮੈਨੂੰ ਦੇ ਦਿੱਤੀ ਜਾਏ। I would like to take over the job from my dad। ਲੇਕਿਨ ਨਵਾਬ ਨੇ ਇਸ ਗੱਲ ਨੂੰ ਮੰਨਿਆ। ਵੈਸੇ ਵੀ ਹਿੰਦੂ ਫੈਮਲੀਜ਼ ਨੂੰ ਪ੍ਰੈਫਰ ਨਹੀਂ ਕੀਤਾ ਜਾਂਦਾ ਸੀ ਜੌਬਸ ਵਿੱਚ ਉਸ ਕਾਰਨ। ਨਾਲੇ ਦਾਰਾ ਸ਼ਿਕੋ ਦੀ ਟ੍ਰਾਂਸਫਰ ਉਸ ਵੇਲੇ ਵਾਪਸ ਗਜ਼ਨੀ ਤੋਂ ਲਾਹੌਰ ਹੋ ਗਈ ਸੀ। ਉਹ ਨਹੀਂ ਸੀ ਉੱਥੇ ਉਹਨਾਂ ਦੀ ਜਾਣ ਪਛਾਣ ਵਾਲਾ ਬੰਦਾ। ਤੇ ਉਹ ਨੌਕਰੀ ਨਾ ਮਿਲਣ ਦੇ ਕਾਰਨ ਬੜੇ ਨਿਰਾਸ਼ ਜਿਹੇ ਹੋਏ। ਤੇ ਨਿਰਾਸ਼ ਹੋ ਕੇ ਘਰ ਆ ਗਏ ਵਾਪਸ। ਘਰ ਆ ਕੇ ਸੋਚਿਆ ਨੇ ਕਿ ਜੇ ਮੈਨੂੰ ਨੌਕਰੀ ਗਜ਼ਨੀ ਨਹੀਂ ਮਿਲਦੀ ਤੇ ਮੈਂ ਕਿਉਂ ਅਫਗਾਨਿਸਤਾਨ ਰਹਾਂ। ਵਾਈ ਡੋਂਟ ਆਈ ਸ਼ਿਫਟ ਟੂ ਇੰਡੀਆ ਬੈਕ, ਵਾਪਿਸ ਇੰਡੀਆ ਸ਼ਿਫਟ ਹੋ ਜਾਵਾਂ। ਤੇ ਬੜੇ ਲੋਕਾਂ ਨੇ ਸੁਜੈਸਟ ਕੀਤਾ ਸੀ ਕਿ ਮੁਲਤਾਨ ਇਜ਼ ਅ ਗੁੱਡ ਪਲੇਸ ਟੂ ਸ਼ਿਫਟ ਟੂ, ਇਜ਼ ਇਨ ਦਾ ਬਾਰਡਰ ਆਫ ਪੰਜਾਬ ਐਂਡ ਬਲੂਚਿਸਤਾਨ ਐਂਡ ਈਰਾਨ ਐਂਡ ਅਫਗਾਨਿਸਤਾਨ। ਬੜੇ ਕਾਫਲੇ ਲੰਘਦੇ ਹਨ, ਟ੍ਰੇਡ ਦੀ ਬੜੀ ਪਰਸਪੈਕਟਿਵ ਹੈ। ਜੇ ਨੌਕਰੀ ਨਾ ਵੀ ਮਿਲੀ ਤੇ ਟ੍ਰੇਡਿੰਗ ਰੂਟ ਦੇ ਰਸਤੇ ਵਿੱਚ ਮੁਲਤਾਨ ਪੈਂਦਾ ਹੈ। ਮੁਲਤਾਨ ਜੇ ਸੈਟਲ ਹੋਵਾਂਗੇ ਤੇ ਬੈਟਰ ਰਹੇਗਾ। ਤੇ ਇਸ ਤੋਂ ਪਹਿਲੇ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਹਾਂ ਕਿ ਭਾਈ ਸਾਹਿਬ ਜੀ ਦੀ ਫੈਮਿਲੀ ਬਿਲੋਂਗ ਟੂ ਰਾਮਾਨੰਦ ਵੈਰਾਗੀ, ਇੱਕ ਵੈਰਾਗੀ ਫੈਮਿਲੀ, ਵੈਸ਼ਨਵ ਵੈਰਾਗੀ ਫੈਮਿਲੀ ਵਿੱਚ ਪੈਦਾ ਹੋਏ। ਐਂਡ ਦੇ ਡੈਡ ਬਹੁਤ ਵੱਡੇ ਰਾਮਾਨੰਦ ਵੈਰਾਗੀ ਦੇ ਚੇਲੇ ਸਨ। ਤੇ ਇਹਨਾਂ ਦੀ ਥਾਟ ਪ੍ਰੋਸੈਸ ਜਿਹੜੀ ਹੈ ਸਿੱਖੀਜ਼ਮ ਦੀ ਥਾਟ ਪ੍ਰੋਸੈਸ ਨਾਲੋਂ ਥੋੜੀ ਡਿਫਰੈਂਟ ਹੈ, ਘਰ-ਬਾਰ ਛੋੜਨ ਦੀ। ਤੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜੰਜੂ ਪਹਿਨ ਨੂੰ ਇਨਕਾਰ ਕਰ ਦਿੱਤਾ ਸੀ ਛੋਟੀ ਉਮਰ ਵਿੱਚ, ਤੇ ਵੈਰਾਗੀਆਂ ਵਿੱਚ ਹੀ, ਵੈਸ਼ਨਵ ਵਿੱਚ ਵੀ ਇੱਕ ਟ੍ਰੈਡੀਸ਼ਨ ਹੁੰਦੀ ਹੈ ਕਾਂਠੀ ਪਹਿਨ ਦੀ। ਕਾਂਠੀ ਇਜ਼ KANTHI। ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਜਿੱਥੇ ਮੈਂ ਪੜ੍ਹਿਆ ਹੈ ਜਿੰਨਾ, ਔਰ ਹਰ ਕਿਤਾਬ ਵਿੱਚ, ਕਿ ਇਹਨਾਂ ਨੇ ਵੀ ਬਚਪਨ ਵਿੱਚ ਕਾਂਠੀ ਪਹਿਨ ਨੂੰ ਇਨਕਾਰ ਕਰ ਦਿੱਤਾ। ਕਾਂਠੀ ਨਹੀਂ ਪਹਿਨੀ। ਬੜੇ ਕੁਐਸਚਨ ਪੁੱਛੇ ਪੰਡਿਤ ਜੀ ਕੋਲੋਂ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਪੁੱਛੇ ਸਨ।
ਕਾਂਠੀ ਪੈਣ ਨੂੰ ਇਨਕਾਰ ਕਰ ਦਿੱਤਾ। ਉਸ ਵੇਲੇ ਗਜ਼ਨੀ ਕੰਧਾਰ ਵਿੱਚ ਗੁਰਦੁਆਰੇ ਸਨ, ਅੱਜ ਕੱਲ ਨਹੀਂ ਹਨ, ਸਿੱਖ ਸੰਗਤਾਂ ਸਨ ਉਸ ਵੇਲੇ। ਉੱਥੋਂ ਅਟਰੈਕਟ ਹੋਏ ਥੋੜੇ ਬਹੁਤ, ਇਹ ਜਾਣਦੇ ਹੁੰਦੇ ਸਨ ਕੀਰਤਨ ਸੁਣਨ, ਥੋੜਾ ਬਹੁਤ ਗੁਰੂ ਘਰ ਨਾਲ ਰਿਸ਼ਤਾ ਇਹਨਾਂ ਨੇ ਉਸ ਵੇਲੇ ਬਚਪਨ ਚ ਜੋੜਿਆ। ਜਦੋਂ ਇਹਨਾਂ ਦਾ ਇਰਾਦਾ ਪੱਕਾ ਬਣ ਗਿਆ ਕਿ ਗਜ਼ਨੀ ਛੋੜ ਕੇ ਵਾਪਸ ਮੁਲਤਾਨ ਆਣਾ ਹੈ, ਤੇ ਇਹਨਾਂ ਨੇ ਸਾਰੀ ਜਾਇਦਾਦ ਜਿਹੜੀ ਸੀ, ਫਾਦਰ ਵਾਸ ਅ ਰਿਚ ਮੈਨ, he was a very well respected man in this community, ਉਹਨਾਂ ਨੇ ਆਪਣੀ ਸਾਰੀ ਰੀਅਲ ਏਸਟੇਟ ਜਿਹੜੀ ਹੈ ਉਹ ਸਾਰੀ ਵੇਚ ਦਿੱਤੀ ਉੱਥੇ ਇਨ ਗਜ਼ਨੀ, ਤੇ ਜਿਤਨਾ ਪੈਸੇ ਨਕਦ ਕਟਾ ਕੇ, ਤੇ ਉਸ ਵੇਲੇ ਕਾਫਲੇ ਚੱਲਦੇ ਸਨ। You could not just move, there were no moving companies those days as like we have now. So when people had to move from one place to the other, especially one country to the other, you had to wait until the next kafla ya caravan is going, you know. You got to wait until such time when you find out कि yes, अगला काफिला जड़ा है वो 6 महीने बाद या 5 महीने बाद वापस ने मुल्तान जाना है। तो उस काफले नाल ਉਹਦੇ ਨਾਲ ਥੋੜੀ ਪ੍ਰੋਟੈਕਸ਼ਨ ਵੀ ਹੁੰਦੀ ਸੀ, ਉਹਨਾਂ ਕੋਲ ਗਵਰਨਮੈਂਟ ਦੇ ਪੇਪਰਸ ਵੀ ਹੁੰਦੇ ਸਨ ਸਾਰੇ, ਤੇ ਉਸ ਕਾਫਲੇ ਨਾਲ, that was the system those days. So he waited until he found a prospective ਕਾਫਲਾ ਜਿਹੜਾ ਜਾ ਰਿਹਾ ਹੋਵੇ from ਗਜ਼ਨੀ ਕੰਧਾਰ ਤੋਂ ਮੁਲਤਾਨ, ਤੇ ਆਪਣੇ ਦੋ ਛੋਟੇ ਭਰਾਵਾਂ ਦੇ ਨਾਲ, ਜਿਹੜੀ ਭਰਾਵਾਂ ਦੀ ਜ਼ਿੰਮੇਵਾਰੀ ਵੀ ਇਹਨਾਂ ਤੇ ਪਈ, ਉਹਨਾਂ ਦੋਨਾਂ ਛੋਟੇ ਭਰਾਵਾਂ ਦੇ ਨਾਲ, ਦੋਨੇ ਛੋਟੇ ਭਰਾਵਾਂ ਦੇ ਨਾਲ ਉਹ ਗਜ਼ਨੀ ਤੋਂ ਮੁਲਤਾਨ ਆ ਗਏ। ਹਾਂਜੀ, I'm going to stop for a second and see if there's any questions or not before so we picked up the pieces as his childhood in Ghazni, and losing his mom and dad, to a relationship with the Vairagi, the concept de naal, and coming back to Multan. And any questions though before I move forward? If there are, I'll try to answer. Okay. Well, somebody has a question, then you need to unmute yourself, Ji, and then ask me the question. Ji. Okay, Ji. So, ਜਦੋਂ ਵਾਪਸ ਮੁਲਤਾਨ ਆ ਗਏ, ਤੇ ਮੁਲਤਾਨ ਆ ਕੇ ਇਹਨਾਂ ਨੇ, ਮੁਲਤਾਨ was a very unique city those days, unlike now. Multan is very different. Multan, you know, is famous for a few things, you know, but one of the things that it has was a pretty cosmopolitan population ਸੀ ਮੁਲਤਾਨ ਦੀ। ਹਿੰਦੂ ਫੈਮਲੀਜ਼ ਵੀ ਰਹਿੰਦੀਆਂ ਸਨ, ਮੁਸਲਮਾਨ ਫੈਮਲੀਜ਼ ਜ਼ਿਆਦਾ ਸਨ, ਤੇ ਦੋ ਤਿੰਨ ਚੀਜ਼ਾਂ ਮੁਲਤਾਨ ਦੀਆਂ ਬੜੀਆਂ ਮਸ਼ਹੂਰ ਹਨ। ਮੈਂ ਆਪ ਕਦੀ ਮੁਲਤਾਨ ਗਿਆ ਨਹੀਂ, ਬਟ ਗਿਵਨ ਦੀ ਓਪਰਚੁਨਿਟੀ ਆਈ ਵੁੱਡ ਡੈਫੀਨਿਟਲੀ ਗੋ ਵਨ ਡੇ ਐਂਡ ਵਿਜ਼ਿਟ ਦ ਟਾਊਨ। ਹਿਸਟੋਰੀਕਲ ਟਾਊਨ ਹੈ, ਕਹਿੰਦੇ ਮੁਲਤਾਨ ਦੀ ਗਰਮੀ ਬਹੁਤ ਮਸ਼ਹੂਰ ਹੈ, ਤੇ ਮੁਲਤਾਨ ਦੀ ਗਰਦ ਮਿੱਟੀ ਬੜੀ ਚਲਦੀ ਹੈ, ਕਿਉਂਕਿ ਆਂਦੀਆਂ ਬੜੀਆਂ ਆਉਂਦੀਆਂ ਹਨ, ਤੇ ਮੁਲਤਾਨ ਪੀਰਾਂ ਦਾ ਸ਼ਹਿਰ ਹੈ, ਵੈਰੀ ਸਪਿਰਿਚੁਅਲ ਸਿਟੀ, ਯੂ ਨੋ। ਮਹਾਰਾਜ ਜਦੋਂ ਮੁਲਤਾਨ ਗੁਰਦੁਆਰਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਯਾਦ ਵਿੱਚ ਮੁਲਤਾਨ ਜਦੋਂ ਗਏ ਸਨ, ਜਦੋਂ ਉਹਨਾਂ ਨੇ ਪਿਆਲਾ ਦੁੱਧ ਦਾ ਭਰ ਕੇ ਭੇਜਿਆ ਮਹਾਰਾਜ ਨੂੰ, ਕਹਿਣ ਲੱਗੇ ਕਿ ਇੱਥੇ ਕੋਈ ਜਗ੍ਹਾ ਨਹੀਂ ਹੈ, ਤੇ ਉਹਨਾਂ ਨੇ ਉਹਦੇ ਉੱਤੇ ਫੁੱਲ ਰੱਖ ਕੇ ਵਾਪਸ ਭੇਜ ਦਿੱਤਾ। ਇੱਥੇ ਉਹ ਵੀ ਘਟਨਾ ਵਾਪਰੀ ਜਦੋਂ ਮਰਦਾਨੇ ਨੂੰ ਕਿਹਾ, ਜਾ ਮਰਦਾਨਿਆਂ ਜਾ ਕੇ 3 ਪਾ ਗਰੀਬੀ ਲੈ ਕੇ ਆ, ਯੂ ਨੋ। ਸੋ ਉਹ ਸਾਖੀ ਵੀ ਮੁਲਤਾਨ ਨਾਲ ਜੁੜੀ ਹੋਈ ਹੈ। ਬਹੁਤ ਇੰਪੋਰਟੈਂਟ ਸਿਟੀ ਹੈ, ਹਿਸਟੋਰੀਕਲ ਸਿਟੀ ਹੈ। ਉੱਥੇ ਜਦੋਂ ਪਹੁੰਚੇ, ਉੱਥੇ ਜਦੋਂ ਉਹਨਾਂ ਨੂੰ ਆਪਣੀ ਫੈਮਿਲੀ ਦੀ ਇੰਟਰੋਡਕਸ਼ਨ ਜਦੋਂ ਬਾਕੀ ਜਿਹੜੀ ਹਿੰਦੂ ਫੈਮਿਲੀਜ਼ ਨੂੰ ਦਿੱਤੀਆਂ, ਤੇ ਪਤਾ ਲੱਗਿਆ ਕਿ ਮੁਲਤਾਨ ਦੇਖਿਆ ਉਹਨਾਂ ਨੇ ਬੜਾ ਕਰਾਊਡਡ ਜਿਹਾ ਸ਼ਹਿਰ ਹੈ ਬੜਾ, ਤੇ ਉਹਨਾਂ ਨੇ ਸੋਚਿਆ ਕਿ ਸ਼ਹਿਰ ਦੇ ਅੰਦਰ ਰਹਿਣ ਦੀ ਬਜਾਏ ਦਿੱਲੀ ਦਰਵਾਜ਼ੇ ਦੇ ਬਾਹਰ ਉਹਨਾਂ ਨੇ ਉੱਥੇ ਇੱਕ ਮਕਾਨ ਪਹਿਲੇ ਰੈਂਟ ਤੇ ਲਿੱਤਾ। ਤੇ I was surprised ਕਿ renting was very common in even 1000 years ago. People used to rent properties a lot, you know. ਉੱਥੇ ਮਕਾਨ ਕਿਰਾਏ ਤੇ ਲਿੱਤਾ, ਤੇ ਆਪਣੇ ਦੋਨੋਂ ਬ੍ਰਦਰਸ ਨਾਲ ਉਸ ਮਕਾਨ ਸ਼ਿਫਟ ਹੋ ਗਏ। ਪੈਸੇ ਇਹਨਾਂ ਕੋਲ ਬਤੇਰੇ ਸਨ, ਫਾਦਰ ਦੇ money was never an issue in his life. So unlike other bhagats like Kabir ya Ravidas ya, you know, ਜਿਨ੍ਹਾਂ ਵਿਚਾਰੇ ਗਰੀਬ ਫੈਮਿਲੀ ਚ ਬੜੇ ਪੈਦਾ ਹੋਏ, ਕੋਈ ਚਮਾਰ ਹੈ ਤੇ ਕੋਈ ਦੂਸਰੇ, ਕੋਈ ਨਾਈ ਹੈ ਤੇ ਕੋਈ ਯੂ ਨੋ ਜੁਲਾਹ ਹੈ, ਉਹ ਜੀ ਕੋਈ ਇਸ਼ੂ ਨਹੀਂ ਹੈ ਇੱਥੇ ਪ੍ਰਮਾਤਮਾ ਦੀ ਭਗਤੀ ਜਿਹੜੀ ਹੈ, ਸਭ ਕੁਝ ਹੁੰਦਿਆਂ ਸੌਂਦਿਆਂ ਘਰ ਵਿੱਚ ਪ੍ਰਮਾਤਮਾ ਨਾਲ ਉਹਨਾਂ ਨਾਲ ਜੀ ਲੱਗਦਾ ਹੈ ਉਹਨਾਂ ਦਾ। ਤੇ ਉਸ ਤੋਂ ਬਾਅਦ ਫਿਰ ਆਪਣਾ ਮਕਾਨ ਉਹਨਾਂ ਨੇ ਬਣਾਇਆ, ਉੱਥੇ ਸ਼ਿਫਟ ਹੋ ਗਏ। ਲੇਕਿਨ ਸ਼ੁਰੂ ਤੋਂ ਬੜਾ ਵੈਰਾਗੀ ਹਿਰਦਾ ਸੀ, ਬੜਾ ਅੰਦਰੋਂ ਵੈਰਾਗ, ਅੰਦਰੋਂ ਪਿਆਰ ਪ੍ਰਮਾਤਮਾ ਨਾਲ ਬਹੁਤ ਜ਼ਿਆਦਾ ਸੀ। 19-20 ਸਾਲ ਦੀ ਉਮਰ ਵਿੱਚ ਇਹਨਾਂ ਦਾ ਵਿਆਹ ਇੱਕ ਸਹਿਜਧਾਰੀ ਸਿੱਖ ਪਰਿਵਾਰ ਦੀ ਬੇਟੀ ਨਾਲ ਹੋਇਆ। Let me clarify here ਕਿ ਸਹਿਜਧਾਰੀ ਕੌਣ ਹਨ।
ਅੱਜਕੱਲ ਬਹੁਤ ਕਨਫਿਊਜ਼ਨ ਕਈ ਵਾਰੀ ਚਲਦੀ ਹੈ ਸਹਿਜਧਾਰੀਆਂ ਨਾਲ। ਸਹਿਜ ਕਈ ਵਾਰੀ ਅਸੀਂ ਗਲਤੀ ਨਾਲ ਸਹਿਜਧਾਰੀ ਉਹਨਾਂ ਨੂੰ ਕਹਿ ਦਿੰਦੇ ਜਿਹਨੇ ਆਪਣੇ ਕੇਸ ਨਹੀਂ ਰੱਖੇ ਹੁੰਦੇ ਤਾਂ ਉਹ ਸਹਿਜਧਾਰੀ ਹੋ ਗਿਆ। ਉਹ ਸਹਿਜਧਾਰੀ ਦੀ ਡੈਫੀਨੇਸ਼ਨ ਨਹੀਂ ਹੈ। ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਸਹਿਜਧਾਰੀ ਦੀ ਡੈਫੀਨੇਸ਼ਨ ਬਹੁਤ ਸੋਹਣੀ ਦਿੱਤੀ ਹੈ, ਜਿਹੜੀ ਸਹਿਜੇ ਸਹਿਜੇ ਸਿੱਖੀ ਵੱਲ ਆ ਰਿਹਾ, ਜਿਹੜਾ ਸਹਿਜੇ ਸਹਿਜੇ ਸਿੱਖੀ ਵੱਲ ਹੀ ਵੱਧ ਰਿਹਾ ਹੈ। ਉਹਨਾਂ ਦਿਨਾਂ ਵਿੱਚ ਬੜਾ ਕਾਮਨ ਹੁੰਦਾ ਸੀ ਕਿ ਇੱਕ ਹਿੰਦੂ ਪਰਿਵਾਰ ਵਿੱਚ ਪਹਿਲਾ ਬੇਟਾ, ਵੱਡਾ ਬੇਟਾ ਸਿੱਖ ਬਣ ਗਿਆ, ਜਾਂ ਇੱਕ ਬੇਟੇ ਨੂੰ ਸਿੱਖ ਬਣਾ ਲਿੱਤਾ, ਜਾਂ ਦੋ ਬੇਟਿਆਂ ਨੂੰ ਸਿੱਖ ਬਣਾ ਲਿੱਤਾ। ਤੇ ਉਹ ਸਹਿਜਧਾਰੀ ਫੈਮਲੀਆਂ ਹੁੰਦੀਆਂ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਹਨਾਂ ਫੈਮਲੀਜ਼ ਵਿੱਚ ਹੁੰਦਾ ਸੀ। ਜ਼ਰੂਰੀ ਨਹੀਂ ਹੈ ਕਿ ਕੇਸ ਰੱਖਦੇ ਸਨ, ਦਸਤਾਰ ਬੰਨ੍ਹਦੇ ਸਨ ਸਾਰੇ, ਪਰ ਇਹ ਬਹੁਤ ਕਾਮਨ ਸੀ। ਇਹ ਮੈਂ ਬਚਪਨ ਵਿੱਚ ਆਪਣੀ ਲਾਈਫ ਵਿੱਚ ਮੇਰੇ ਡੈਡ ਦੇ ਫਰੈਂਡ ਸਨ ਜਿਹੜੀ ਸਾਡੀ ਬਿਲਡਿੰਗ 'ਚ ਰਹਿੰਦੇ ਸਨ, ਉਹ ਵੀ ਸਹਿਜਧਾਰੀ ਸਿੱਖ ਹਿੰਦੂ ਹੋ ਕੇ ਵੀ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ। I couldn't relate to it ਪਹਿਲੇ, but now that I know what ਸਹਿਜਧਾਰੀ ਸਿੱਖ families are, ਬਹੁਤ ਕਾਮਨ ਫਿਨੋਮੀਨਾ ਸੀ ਉਸ ਵੇਲੇ। ਜਦੋਂ ਵਿਆਹੇ ਗਏ ਤੇ ਉਹਨਾਂ ਦੀ ਵਾਈਫ ਜਿਹੜੀ ਹੈ ਉਹ ਬਹੁਤ ਸਿੱਖੀ ਨਾਲ ਕਨੈਕਟਡ ਸੀ ਬਹੁਤ। ਤੇ ਫਿਰ ਜਦੋਂ ਵਿਆਹੀ ਗਈ ਆਈ ਤੇ ਉਹਨਾਂ ਨੇ ਗੁਰਦੁਆਰੇ ਲੈ ਕੇ ਜਾਣਾ। 2-3 ਗੁਰਦੁਆਰੇ ਮੁਲਤਾਨ 'ਚ ਉਸ ਵੇਲੇ ਵੀ ਸਨ, ਸਿੱਖ ਗੁਰੂ ਕੇ ਸਿੱਖ ਮੁਲਤਾਨ 'ਚ ਮੌਜੂਦ ਸਨ। ਮੁਲਤਾਨ ਦੇ ਨਾਂ ਬੜੇ ਹੁਕਮਨਾਮੇ ਵੀ ਹਨ ਸਿੱਖ ਸੰਗਤਾਂ ਦੇ। ਸਿੱਖ ਸੰਗਤਾਂ ਬਹੁਤ ਸਿੱਖ ਸੰਗਤ, ਵੱਡੀ ਸਿੱਖ ਸੰਗਤ ਜਿਹੜੀ ਹੈ ਮੁਲਤਾਨ ਰਹਿੰਦੀ ਸੀ। ਗੁਰਦੁਆਰੇ ਪ੍ਰੋਪਰ ਗੁਰਦੁਆਰੇ ਸਨ ਮੁਲਤਾਨ, ਆਣਾ ਜਾਣਾ ਲੋਕਾਂ ਦਾ ਲੱਗਾ ਰਹਿੰਦਾ ਸੀ। ਮਹਾਰਾਜ ਦਰਸ਼ਨ, ਕਈ ਵਾਰੀ ਸੰਗਤਾਂ ਦਰਸ਼ਨ ਨੂੰ ਜਾਂਦੀਆਂ ਸਨ, ਦਰਬਾਰ ਸਾਹਿਬ ਜਾਂਦੀਆਂ ਸਨ, ਅਨੰਦਪੁਰ ਸਾਹਿਬ ਜਾਂਦੀਆਂ ਸਨ, ਕੋਈ ਐਸੀ ਗੱਲ ਨਹੀਂ ਸੀ। ਜਦੋਂ ਗੁਰਬਾਣੀ ਨੂੰ ਸੁਣਨਾ ਸ਼ੁਰੂ ਕੀਤਾ, ਆਸਾ ਕੀ ਵਾਰ ਦੀ ਚੌਂਕੀ ਸੁਣਨੀ ਸ਼ੁਰੂ ਕੀਤੀ, ਮਨ ਹੋਰ ਉਹਨਾਂ ਦਾ ਬਹੁਤ ਮਨ ਚੁੱਭ ਲੱਗੀ ਬੜੀ, ਤੇ ਬਹੁਤ ਅੰਦਰੋਂ ਉਹਨਾਂ ਦੇ ਮਨ ਦੇ ਅੰਦਰੋਂ ਇਹ ਵਿਰਾਗ ਪੈਦਾ ਹੋਇਆ ਕਿ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਹਨ, ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਨੇ ਹਨ। ਕਿਸੇ ਸਿਆਣੇ ਨੇ ਸਮਝਾਇਆ ਕਿ ਗੁਰੂ ਨਾਨਕ ਪਾਤਸ਼ਾਹ ਇਸ ਸਰੀਰ ਦੇ ਰੂਪ ਵਿੱਚ ਦੁਨੀਆ 'ਚ ਨਹੀਂ ਹਨ, ਪਰ ਹਾਂ ਉਹਨਾਂ ਦਾ 10ਵੇਂ ਜਾਮੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ। ਉਹ ਅਨੰਦਪੁਰ ਸਾਹਿਬ ਜੋਤ ਜਲਾਉਂਦੇ ਹਨ। ਮਨ ਅੰਦਰੋਂ ਬੜਾ ਵਿਆਕੁਲ ਹੋ ਗਿਆ ਮਹਾਰਾਜ ਨੂੰ ਮਿਲਣ ਦਾ। ਬਾਣੀ ਪੜ੍ਹਦੇ ਹਨ, ਬਾਣੀ ਦਾ ਕੀਰਤਨ ਸੁਣਦੇ ਹਨ, ਅੰਦਰੋਂ ਵਿਆਕੁਲਤਾ ਇਤਨੀ ਵੱਧ ਗਈ ਹੈ ਗੁਰੂ ਨਾਲ ਮਿਲਣ ਦੀ ਕਿ ਉਹਨਾਂ ਨੇ ਆਪਣੀ ਵਾਈਫ ਤੇ 2 ਉਹਨਾਂ ਦੇ ਬੇਟੇ ਹਨ ਜਿਹੜੇ ਅੱਗੇ ਜਾ ਕੇ ਹੋਏ ਹਨ, ਤੇ 2 ਆਪਣੇ ਬੇਟੇ ਤੇ ਵਾਈਫ ਨੂੰ ਆਪਣੇ ਇਨ-ਲਾਜ਼ ਦੀ ਫੈਮਿਲੀ ਦੇ ਨਾਲ ਹਵਾਲੇ ਕਰਕੇ ਤੇ ਆਪ ਉੱਥੋਂ ਚਲਦੇ ਹਨ ਮੁਲਤਾਨ ਤੋਂ। ਆਪਣੇ ਨੌਕਰ ਇੱਕ ਅਫਗਾਨੀ ਨੌਕਰ ਸੀ, ਆਗਾ ਕਹਿੰਦੇ ਸਨ, ਤੇ ਉਸ ਨੌਕਰ ਦੇ ਉਸ ਜਗ੍ਹਾ ਦਾ ਨਾਂ ਆਗਾਪੁਰਾ ਹੈ, ਹੁਣ ਵੀ ਹੈ ਜਗ੍ਹਾ ਮੁਲਤਾਨ ਦੇ ਸ਼ਹਿਰ ਤੋਂ ਰਾਈਟ ਆਊਟਸਾਈਡ ਦਾ ਸਿਟੀ ਫੋਰਟ, ਜਿੱਥੇ ਇਹਨਾਂ ਦੀ ਪੂਰੀ ਫੈਮਿਲੀ ਸੈਟਲ ਹੋਈ ਭਾਈ ਨੰਦ ਲਾਲ ਜੀ ਦੀ। ਤੇ ਬਿਲੀਵ ਮੀ ਨਾਟ 1870s ਤੱਕ, 1860s 1849 ਵਿੱਚ ਬ੍ਰਿਟਿਸ਼ ਟੁਕ ਓਵਰ ਪੰਜਾਬ, ਬਟ 1860s 70s ਤੱਕ people had a clue of where the family lived in Multan, you know. After that we sort of lost the contact. ਉਹਨਾਂ ਦੀ family lineage ਹੁਣ ਵੀ ਮੌਜੂਦ ਹੈ, and we will talk about that. If I don't get time, we'll continue this topic next week. ਮਹਾਰਾਜ ਨੂੰ ਅੰਦਰੋਂ ਦੇਖਣ ਦੀ ਇਤਨੀ ਉਹਨਾਂ ਦੇ ਅੰਦਰ ਸੀ ਕਿ ਮੁਲਤਾਨ ਤੋਂ ਚੱਲ ਕੇ ਲਾਹੌਰ ਆਉਂਦੇ ਹਨ, ਲਾਹੌਰ ਸਿੱਖ ਗੁਰਦੁਆਰੇ ਦੇ ਦਰਸ਼ਨ ਕਰਦੇ ਹਨ, ਉੱਥੇ ਦਰਸ਼ਨ ਕਰਨ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ, ਦਰਬਾਰ ਸਾਹਿਬ ਮੱਥਾ ਟੇਕਦੇ ਹਨ। ਇਸ ਵੇਲੇ ਰਾਜ ਜਿਹੜਾ ਹੈ ਉਹ ਹੁਣ ਰਾਜ ਜਿਹੜਾ ਹੈ ਇਹ ਔਰੰਗਜ਼ੇਬ ਦਾ ਹੈ। ਇੱਕ ਮੈਂ ਗੱਲ ਹੀ ਭੁੱਲ ਗਿਆ ਹਾਂ, ਜਦੋਂ ਮੁਲਤਾਨ ਆਉਂਦੇ ਹਨ ਤੇ ਨੌਕਰੀ ਲੱਗ ਜਾਂਦੀ ਹੈ ਇੱਥੇ ਇਹਨਾਂ ਦੀ, ਤੇ ਨੌਕਰੀ ਜਦੋਂ ਲੱਗਦੀ ਹੈ ਤੇ ਨੌਕਰੀ ਔਰੰਗਜ਼ੇਬ ਦੇ, ਜਦੋਂ ਸ਼ਾਹਜਹਾਨ ਦੇ ਟਾਈਮ ਨੌਕਰੀ ਲੱਗੀ, ਲੇਕਿਨ ਜਦੋਂ ਔਰੰਗਜ਼ੇਬ ਬਾਦਸ਼ਾਹ ਬਣਿਆ ਹਿੰਦੁਸਤਾਨ ਦਾ, ਇਸਨੇ ਬੜੀਆਂ ਸਖਤੀਆਂ ਲਗਾ ਦਿੱਤੀਆਂ। ਜਿੱਥੇ ਵੱਡੇ ਕੋਈ ਬੰਦੇ ਜਿਹੜੇ ਵੱਡੀ ਪੋਸਟ ਤੇ ਬੈਠੇ ਸਨ, ਜਿਹੜੇ ਨਾਨ ਮੁਸਲਿਮ ਸਨ, ਇਹਨੂੰ ਬਰਦਾਸ਼ਤ ਨਹੀਂ ਹੋਇਆ ਇਸ ਗੱਲ ਦਾ। ਤੇ ਭਾਈ ਨੰਦ ਲਾਲ ਜੀ also lost his job also, and he was in search for employment also, and he was looking for his guru. Both things happened at the same time, and I forgot to tell you that. ਅਨੰਦਪੁਰ ਸਾਹਿਬ ਲੋਕਾਂ ਨੇ, ਦਰਬਾਰ ਸਾਹਿਬ ਲੋਕਾਂ ਨੇ ਕਿਹਾ ਕਿ ਜੇ ਗੁਰੂ ਸਾਹਿਬ ਮਹਾਰਾਜ ਨਾਲ ਦਰਸ਼ਨ ਕਰਨੇ ਹਨ, 10ਮ ਪਾਤਸ਼ਾਹ ਦੇ ਦੀਦਾਰੇ ਕਰਨੇ ਹਨ, ਤੇ ਅਨੰਦਪੁਰ ਸਾਹਿਬ ਜਾਣਾ ਪਏਗਾ। ਅਨੰਦਪੁਰ ਸਾਹਿਬ ਨਿਵਾਸ ਉਹਨਾਂ ਦਾ ਅਨੰਦਪੁਰ ਸਾਹਿਬ ਹੈ। ਛੇਤੀ ਚਲੇ ਜਾਂਦੇ ਹਨ ਦਰਬਾਰ ਸਾਹਿਬ ਤੋਂ ਨਿਕਲ ਕੇ, ਆਪਣੇ ਨੌਕਰ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਪੁੱਜਦੇ ਹਨ। ਤੇ ਉੱਥੇ ਫਿਰ ਇੱਕ ਦਿਨ ਜਦੋਂ ਪਹੁੰਚਦੇ ਹਨ ਤੇ ਅਗਲੇ ਦਿਨ ਸਵੇਰੇ ਮਹਾਰਾਜ ਦੇ ਦਰਸ਼ਨ ਹੁੰਦੇ ਹਨ।
ਤੇ ਇੱਕ ਨਜ਼ਰ ਦਰਸ਼ਨ ਦੇਖਣ ਤੋਂ ਬਾਅਦ ਨਿਹਾਲ ਹੋ ਜਾਂਦੇ ਹਨ। ਮੱਥੇ ਤੇ ਪੈਰ ਰੱਖ ਕੇ ਜ਼ਰਾ ਰੋ ਕੇ ਕਹਿੰਦੇ ਹਨ, ਮੈਂ ਨਹੀਂ ਇੱਥੋਂ ਜਾਣਾ, ਮੈਂ ਇੱਥੇ ਹੀ ਰਹਿਣਾ ਹੈ ਹੁਣ ਤੁਹਾਡੇ ਚਰਨਾਂ ਵਿੱਚ। ਮਹਾਰਾਜ ਪਿਆਰ ਨਾਲ ਗਲਵਕੜੀ ਲੈਂਦੇ ਹਨ, ਕਹਿੰਦੇ ਹਨ, ਭਾਈ ਸਾਹਿਬ ਜੀ ਤੁਸੀਂ ਕਿਰਤੀ ਹੋ, ਤੁਸੀਂ ਕਿਰਤ ਕਰਨ ਵਾਲੇ ਹੋ, ਠੀਕ ਹੈ, ਇੱਥੇ ਦਰਸ਼ਨ ਕਰਨੇ ਹਨ ਮੇਰੇ। ਗੁਰੂ ਨਾਨਕ ਦਾ ਰਸਤਾ ਇਹ ਨਹੀਂ ਹੈ ਕਿ ਕਿਰਤ ਛੋੜ ਕੇ ਆਪਣੇ ਪਰਿਵਾਰ ਨੂੰ ਛੋੜ ਕੇ ਤੇ ਇੱਥੇ ਆਣਾ ਹੈ। ਮੇਰੇ ਦਰਸ਼ਨ ਤੁਸੀਂ ਜਿੱਥੇ ਮਰਜ਼ੀ ਕਰ ਸਕਦੇ ਹੋ। ਹਾਂ, ਜੇ ਤੁਹਾਨੂੰ ਮੇਰੇ ਇੱਥੇ ਰਹਿਣਾ ਹੈ ਥੋੜੇ ਦਿਨ ਤੇ ਰਹੋ, ਲੇਕਿਨ ਆਪਣੀ ਕਿਰਤ ਦੇ ਵਿੱਚ ਵਿਘਨ ਨਾ ਪਾਓ, ਕਿਰਤ ਆਪਣੀ ਪੂਰੀ ਕਰੋ। ਅਨੰਦਪੁਰ ਸਾਹਿਬ ਰਹੇ, ਚਿੱਤ ਬੜਾ ਲੱਗਿਆ, ਸਵੇਰੇ ਜਲਦੀ ਉੱਠਦੇ ਹਨ। ਐਕਚੁਅਲੀ ਅਗਰ ਹੋਰ ਡਿਟੇਲ ਵਿੱਚ ਜਾਣਾ ਹੈ ਤੇ ਸੂਰਜ ਪ੍ਰਕਾਸ਼ ਵਿੱਚ ਪੂਰੀ ਨਿਤ ਉਹਨਾਂ ਦੀ ਇੱਕ ਨਿਤਨੇਮ ਦੀ ਪੂਰੀ ਲਿਸਟ ਆਈ ਹੈ। ਲੰਗਰ ਦੀ ਸੇਵਾ ਕਰਦੇ ਹਨ, ਝਾੜੂ ਪੋਚ ਦੀ ਸੇਵਾ ਕਰਦੇ ਹਨ, ਅੱਗੇ ਜਾ ਕੇ ਕੀਰਤਨ ਸੁਣਦੇ ਹਨ, ਹੋਰ ਸੇਵਾਵਾਂ ਕਰਦੇ ਹਨ। ਮਨ ਬੜਾ ਅਨੰਦਪੁਰ ਸਾਹਿਬ ਲੱਗ ਗਿਆ, ਲੇਕਿਨ ਫਿਰ ਜਾਣਾ ਪਿਆ ਅਨੰਦਪੁਰ ਸਾਹਿਬ ਤੋਂ। ਪਤਾ ਲੱਗ ਗਿਆ ਕਿ ਮੀਰ ਮੁੰਸ਼ੀ, let me make it very clear ਹੁਣ ਵੀ ਅੱਜ ਕੱਲ ਵੀ, just to let you how educated he was though, just to let you know how well, what kind of a scholar and what kind of an educated person he was. Government of India ਚ ਹੁਣ ਇਸ ਵੇਲੇ the highest civil service ਜਿਹੜੀ position ਜਿਹੜੀ ਹੈ, ਜਿਹੜੀ non-elected official ਦੀ is the chief secretary to the government of India, you know, that is like the highest ਜਿਹੜੀ ਕਿ elected ਨਹੀਂ ਹੈ position। ਜਿਸ ਤਰ੍ਹਾਂ ਇੱਥੇ highest ਜਿਹੜੀਆਂ elected ਜਿਹੜੀਆਂ position ਜਿਹੜੀਆਂ ਹਨ state department ਦੀਆਂ, home department ਦੀਆਂ ਜਿਹੜੀਆਂ non-elected person ਜਿਹੜੀਆਂ highest civil servant ਜਿਹੜੇ ਹਨ, ਮੁਗਲ ਗਵਰਨਮੈਂਟ ਵਿੱਚ ਉਸ ਵੇਲੇ ਇਸ ਪੋਸਟ ਦਾ ਨਾਮ ਮੀਰ ਮੁੰਸ਼ੀ ਸੀ। ਮੀਰ ਮੁੰਸ਼ੀ, ਮੀਰ ਮਨੇ ਵੱਡੇ ਮੁੰਸ਼ੀ। ਉਸ ਵੇਲੇ believe me or not, ਉਸ ਵੇਲੇ ਔਰੰਗਜ਼ੇਬ ਦੀ ਜਿਹੜੀ ਹਕੂਮਤ ਦੇ ਥੱਲੇ ਔਰੰਗਜ਼ੇਬ ਦੱਖਣ ਵਿੱਚ ਸੀ ਉਸ ਵੇਲੇ। ਉਹ he was busy fighting the ਬੀਜਾਪੁਰ ਤੇ ਗੋਲਕੁੰਡਾ ਦੀਆਂ ਕਿੰਗਡਮਸ ਨਾਲ, because ਸ਼ੀਆ ਕਿੰਗਡਮਸ ਹਨ ਦੋਨੋਂ। ਤੇ ਉਹਦਾ ਵੱਡਾ ਪੁੱਤਰ ਬਹਾਦਰ ਸ਼ਾਹ was the main person looking after the affairs in ਆਗਰਾ। ਤੇ ਉੱਥੇ ਪਤਾ ਲੱਗਿਆ ਕਿ ਉੱਥੇ ਉਹਨਾਂ ਨੂੰ ਆਗਰੇ ਬੁਲਾਇਆ, ਆਗਰੇ ਗਏ, ਆਗਰੇ ਜਾ ਕੇ ਬਹਾਦਰ ਸ਼ਾਹ ਨੇ ਉਹ ਮੀਰ ਮੁੰਸ਼ੀ ਦੀ ਪੋਸਟ ਇਹਨਾਂ ਨੂੰ ਦੇ ਦਿੱਤੀ। ਇਹ ਮੀਰ ਮੁੰਸ਼ੀ ਹਿੰਦੁਸਤਾਨ ਦੇ ਬੜੀ ਇੱਜ਼ਤ ਮਾਨ ਵਾਲੀ ਪੋਸਟ ਹੈ, ਲੇਕਿਨ ਚਿੱਤ ਹਾਲੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਹੈ। ਉੱਥੇ ਰਹਿੰਦੇ ਹਨ ਤੇ ਉੱਥੇ ਬਹਾਦਰ ਸ਼ਾਹ ਨੂੰ ਪਤਾ ਲੱਗਿਆ ਕਿ ਇਹ ਬਹੁਤ ਆਲਮ ਫਾਜ਼ਲ ਹਨ, ਬਹੁਤ ਕੁਰਾਨ ਦੀ ਆਇਤਾਂ ਤੋਂ ਜਾਣਨ ਹਨ। ਤੇ ਤੁਸੀਂ ਬਿਲੀਵ ਕਰੋਗੇ ਨਹੀਂ ਕਰੋਗੇ ਕਿ ਸੂਰਜ ਪ੍ਰਕਾਸ਼ ਤੇ ਲਿਖਿਆ ਹੋਇਆ ਹੈ ਕਿ ਜਿਹੜੇ ਉਹਨਾਂ ਦੇ ਆਪਣੇ ਕਾਜ਼ੀ ਸਨ, ਜਿਹੜੇ ਮੌਲਵੀ ਸਨ, ਕਾਜ਼ੀ ਸਨ, ਉਹ ਇਹਨਾਂ ਕੋਲ ਪੜਨ ਆਉਂਦੇ ਸਨ, ਭਾਈ ਨੰਦ ਲਾਲ ਜੀ ਕੋਲ। ਇਤਨੇ ਆਲਮ ਸਨ ਆਪ ਅਰਬੀ ਫਾਰਸੀ ਵਿੱਚ, ਇੱਕ ਚੀਜ਼ ਦੇ ਜਾਣੂ ਸਨ। ਤੇ ਇੱਕ ਇਨਸੀਡੈਂਟ ਹੋਰ ਲਿਖਿਆ ਹੋਇਆ ਹੈ ਸੂਰਜ ਪ੍ਰਕਾਸ਼ ਵਿੱਚ, ਔਰ ਇਹ ਬਹੁਤ ਜਗ੍ਹਾ ਹੋਰ ਲਿਖਿਆ ਆਂਦਾ। I'm going to narrate that incident here ਕਿ ਇੱਕ ਵਾਰੀ ਕਹਿੰਦੇ ਹਨ ਔਰੰਗਜ਼ੇਬ ਨੂੰ ਕਿਸੇ ਕੁਰਾਨ ਦੀ ਆਇਤ ਤੇ ਉਹਨੂੰ ਕਲੈਰਿਟੀ ਨਾ ਹੋਈ, ਉਸ ਕੁਰਾਨ ਦੀ ਆਇਤ ਦੇ ਉੱਤੇ ਤਸੱਲੀ ਨਾ ਹੋ ਪਾਈ। ਬੜੀ ਕੋਸ਼ਿਸ਼ ਕੀਤੀ, ਬੜੇ ਵੱਡੇ ਮੌਲਾਨਿਆਂ ਨੂੰ ਬੁਲਾਇਆ ਉਹਨਾਂ ਨੇ ਦਿੱਲੀ ਤੇ ਆਗਰੇ ਵਿੱਚ ਕਿ ਇਸ ਕੁਰਾਨ ਦੀ ਆਇਤ ਮੈਨੂੰ ਕਲੀਅਰ ਕਰਾਓ, ਮਤਲਬ, ਤੇ ਨਹੀਂ ਕੋਈ ਕਲੀਅਰ ਕਰਾ ਸਕਿਆ। ਤੇ ਫਿਰ ਉਹਨੇ ਅਪੀਲ ਕੀਤੀ ਆਪਣੇ ਉਹਨਾਂ ਨੂੰ ਕਿ ਕੋਈ ਇੱਕ ਬੰਦਾ ਤੇ ਹੋਏ, ਕੋਈ ਤੇ ਦੀਨ ਇਸਲਾਮ ਵਿੱਚ ਹੋਏਗਾ ਜਿਹੜਾ ਇਹ ਕੁਰਾਨ ਦੀਆਂ ਇਹ ਜਿਹੜੀਆਂ ਆਇਤਾਂ, ਇਸ ਕੁਰਾਨ ਦੀ ਆਇਤ ਨੂੰ ਕਲੈਰਿਟੀ ਨਾਲ ਮੈਨੂੰ ਸਮਝਾ ਸਕੇ ਕਿ ਮੁਹੰਮਦ ਸਾਹਿਬ ਕੀ ਕਹਿ ਰਹੇ ਹਨ ਇੱਥੇ। ਤੇ ਉਸੇ ਵੇਲੇ ਬਹਾਦਰ ਸ਼ਾਹ ਨੇ ਟਾਈਮ ਮੰਗਿਆ 8 ਦਿਨਾਂ ਕੇ, 7 ਦਿਨ ਲਿਖੇ, ਕਈਆਂ ਨੇ 8 ਦਿਨ ਲਿਖੇ ਹੋਏ ਕਿ ਮੈਨੂੰ ਟਾਈਮ ਦਿਓ, ਮੈਂ ਇਹ ਕੱਢ ਕੇ ਤੁਹਾਨੂੰ ਦਿਆਂਗਾ। ਤੇ ਜਦੋਂ ਇਹ ਗੱਲ ਜਦੋਂ ਬਹਾਦਰ ਸ਼ਾਹ ਨੂੰ ਜਦੋਂ ਲਈ ਤੇ ਬਹਾਦਰ ਸ਼ਾਹ ਫਟੋਫਟ ਭਾਈ ਸਾਹਿਬ ਜੀ ਕੋਲ ਗਿਆ ਤੇ ਭਾਈ ਸਾਹਿਬ ਨੂੰ ਕਹਿਣ ਲੱਗਾ, ਭਾਈ ਸਾਹਿਬ ਜੀ ਇਹ ਕੁਰਾਨ ਦੀਆਂ ਆਇਤਾਂ ਤੁਸੀਂ ਸਮਝਾ ਸਕਦੇ ਹੋ, ਤੁਸੀਂ ਮੈਨੂੰ ਸਮਝਾਓ ਤੇ ਮੈਂ ਆਪਣੇ ਪਿਤਾ ਨੂੰ ਦੱਸਾਂ, ਕਿਉਂਕਿ ਉਹ ਕ੍ਰੈਡਿਟ ਲੈਣਾ ਚਾਹੁੰਦਾ ਸੀ ਆਪ, ਕਿ ਮੈਂ ਖੋਜਿਆ ਇਸ ਬਾਰੇ। ਕਈ ਵਾਰੀ ਹੁੰਦਾ people want to find out what they are and then they want to make sure ਕਿ ਕ੍ਰੈਡਿਟ ਜਿਹੜਾ ਹੈ ਉਹਨਾਂ ਨੂੰ ਜਾਏ ਸਾਰਾ। ਭਾਈ ਸਾਹਿਬ ਨੇ ਉਹਨਾਂ ਨੂੰ ਇਸ ਗੱਲ ਨੂੰ ਜਦੋਂ ਸੁਣਿਆ ਇਹ ਗੱਲ ਤੇ ਹੱਸ ਕੇ ਉਹਨਾਂ ਨੂੰ ਉਸ ਕੁਰਾਨ ਦੀ ਆਇਤ ਤੇ ਤਸੱਲੀ ਕਰਵਾ ਦਿੱਤੀ, ਬੜੇ ਪਿਆਰ ਨਾਲ ਸਮਝਾਇਆ, ਸਾਰੀ ਗੱਲ ਸਮਝ ਆ ਗਈ ਉਹਨਾਂ ਨੂੰ। ਤੇ ਇਹ ਸਮਝ ਆਉਣ ਤੋਂ ਬਾਅਦ ਫਿਰ ਉਹ ਆਪਣੇ ਪਿਤਾ ਔਰੰਗਜ਼ੇਬ ਕੋਲ ਜਾ ਕੇ ਤੇ ਸਾਰੀ ਗੱਲ ਦੱਸੀ ਉਸਨੇ। ਤੇ ਬੜਾ ਖੁਸ਼ ਹੋਇਆ, ਬੜਾ ਮੇਰਾ ਤੇ ਅੰਦਰੋਂ। ਲੇਕਿਨ
ਸਾਡੇ ਆਪਣੇ ਸਾਰਿਆਂ ਦੇ ਬੱਚੇ ਹਨ, ਸਾਨੂੰ ਸਭ ਨੂੰ ਪਤਾ ਹੁੰਦਾ ਸਾਡੇ ਬੱਚਿਆਂ ਦੀ ਕਾਬਲੀਅਤ ਕੀ ਹੈ। ਵੀ ਆਲ ਨੋ ਦੈਟ, ਇਟਸ ਨਾਟ ਛੁਪੀ ਨਹੀਂ ਹੋਈ, ਐਵਰੀਬਾਡੀ ਨੋਜ਼ ਕਿ ਮੇਰੇ ਬੇਟੇ ਦੀ ਤੇ ਬੇਟੀ ਦੀ ਕੀ ਕਾਬਲੀਅਤ ਹੈ। ਜਦੋਂ ਇਹ ਗੱਲ ਸੁਣੀ ਤੇ ਕਹਿਣ ਲੱਗਾ ਇਹ ਤੇਰੇ ਬਚਨ ਨਹੀਂ ਹੈ, ਮੈਨੂੰ ਪਤਾ ਹੈ ਤੂੰ ਕੌਣ ਹੈ, ਇਹ ਕਿੰਨੇ ਦੱਸੀ ਹੈ ਤੈਨੂੰ ਗੱਲ, ਤੂੰ ਦੱਸ ਸਾਫ਼, ਇਹ ਤੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ ਹਨ ਸਾਰੀਆਂ। ਉਸਨੇ ਝੂਠ ਨਹੀਂ ਬੋਲਿਆ, ਉਸਨੇ ਸੱਚ ਸੱਚ ਦੱਸ ਦਿੱਤਾ ਸਾਰਾ। ਹਾਂਜੀ, ਮੈਂ ਇਸ ਤਰ੍ਹਾਂ ਮੀਰ ਮੁੰਸ਼ੀ ਹਨ ਸਾਡੇ ਗਵਰਨਮੈਂਟ ਵਿੱਚ, ਨਾਂ ਆਨੰਦ ਲਾਲ ਹੈ, ਬੜਾ ਇੱਜ਼ਤ ਮਾਨ ਹੈ, ਬਹੁਤ ਆਲਮ ਹਨ, ਬੜੇ ਫਾਜ਼ਲ ਹਨ, ਸੰਸਕ੍ਰਿਤ ਦੇ ਜਾਣੂ ਹਨ, ਅਰਬੀ ਦੇ ਜਾਣੂ ਹਨ, ਕੁਰਾਨ ਦੀ ਹਰ ਆਇਤ ਦੇ ਜਾਣੂ ਹਨ। ਤੇ ਔਰੰਗਜ਼ੇਬ ਨੂੰ ਇਹ ਸੁਣ ਕੇ ਤੇ ਬਹੁਤ ਉਸਨੂੰ ਧੱਕਾ ਲੱਗਿਆ। ਉਸਨੂੰ ਇਤਨਾ ਵੱਡਾ ਆਲਮ, ਇਤਨਾ ਵੱਡਾ ਜਾਣੂ ਤੇ ਦੀਨੇ ਇਸਲਾਮ ਵਿੱਚ ਨਹੀਂ ਹੈ, ਹਿੰਦੂ ਹੈ, ਹਿੰਦੂ ਹੋ ਕੇ ਤੇ ਇਤਨੀ ਵੱਡੀ ਨੌਲੇਜ ਰੱਖਣ ਵਾਲਾ ਇਸਲਾਮ ਦਾ। ਤੇ ਫੌਰਨ ਹੁਕਮ ਕਰ ਦਿੱਤਾ ਬਹਾਦਰ ਸ਼ਾਹ ਨੂੰ ਕਿ ਇਸ ਨੂੰ ਕਿਸੇ ਵੀ ਤਰੀਕੇ ਨਾਲ ਦੀਨ ਵਿੱਚ ਮਿਲਾਇਆ ਜਾਏ, ਚਾਹੇ ਕੋਈ ਵੀ ਲਾਲਚ ਦਿਓ, ਵੱਡੀ ਤੋਂ ਵੱਡੀ ਪੋਸਟ ਆਫਰ ਕਰੋ, ਪੈਸੇ ਜਿੰਨੇ ਮਰਜ਼ੀ ਮੰਗਦਾ ਹੈ ਦਿਓ, ਕੁਝ ਵੀ ਕਰੋ, ਲੇਕਿਨ ਇਸ ਨੂੰ ਦੀਨੇ ਇਸਲਾਮ ਵਿੱਚ ਸ਼ਾਮਿਲ ਕਰੋ। ਇਸ ਨੂੰ ਇਹ ਗੱਲ ਉਸਲੇ ਗੱਲ ਚ ਗੱਲ ਨਿਕਲ ਜਾਂਦੀ ਸੀ। ਤੇ ਉੱਥੇ ਇੱਕ ਫੌਜਦਾਰ ਸੀ, ਗਿਆਸੁਦੀਨ ਨਾਂ ਲਿਖਿਆ ਹੈ ਇੱਥੇ ਆਗਰੇ ਦਾ, ਉਹਨੂੰ ਕਿਸੇ ਦੇ ਜਾਣ ਪਛਾਣ ਦੇ ਥਰੂ ਇਸ ਗੱਲ ਪਤਾ ਲੱਗ ਗਈ ਕਿ ਹੁਣ ਭਾਈ ਨੰਦ ਲਾਲ ਦੀ ਖੈਰ ਨਹੀਂ, ਜਦ ਤੱਕ ਇਹ ਮੁਸਲਮਾਨ ਨਹੀਂ ਬਣਾ ਲੈਂਦੇ ਇਹਨੂੰ, ਤੇ ਇਹਦੇ ਨਾਲ ਫਿਰ ਇਹ ਬੁਰੀ ਤਰ੍ਹਾਂ ਸਲੂਕ ਕਰਨਗੇ, ਜੇ ਬਣਿਆ ਨਹੀਂ ਤੇ ਇਹਨੂੰ ਤਸੀਹੇ ਦੇਣੇ ਨੇ ਇਹਨਾਂ ਨੇ ਬੜੇ। ਇਹ ਖਬਰ ਭਾਈ ਨੰਦ ਲਾਲ ਜੀ ਦੀ ਖਬਰਾਂ ਕੰਨਾਂ ਚ ਜਦੋਂ ਪਈ ਕਿ ਇਹ ਹੁਣ ਮੇਰੇ ਪਿੱਛੇ ਲੱਗਣਗੇ ਇਸਲਾਮ, ਦਿਨੇ ਇਸਲਾਮ ਕਬੂਲ ਕਰਨ ਵਾਸਤੇ, ਤੇ ਉਹਨਾਂ ਨੇ ਡਿਸੀਜਨ ਲੈ ਲਿੱਤਾ ਕਿ ਮੈਂ ਹੁਣ ਵਾਪਸ ਅਨੰਦਪੁਰ ਸਾਹਿਬ ਚਲੇ ਜਾਣਾ ਹੈ ਤੇ ਮਹਾਰਾਜ ਦੇ ਚਰਨਾਂ ਵਿੱਚ ਜਿਤਨੀ ਲਾਈਫ ਬਚੀ ਹੈ ਉੱਥੇ ਹੀ ਰਹਿਣਾ, ਮੈਂ ਨਹੀਂ ਜਾਣਾ ਕਿਧਰੇ ਹੁਣ ਹੋਰ। ਇਹ ਡਿਸੀਜਨ ਲੈ ਕੇ ਅਰਦਾਸ ਕਰਕੇ ਤੇ ਉਹ ਗਿਆਸੁਦੀਨ ਜਿਹੜਾ ਸੀ, ਜਿਹੜਾ ਉੱਥੇ ਦਾ ਫੌਜਦਾਰ ਸੀ, ਉਹਨੂੰ 30 ਡੇਜ਼ ਦੀ ਲੀਵ ਸੀ, ਇਹੀ ਲਿਖਿਆ ਹੋਇਆ ਇਤਿਹਾਸ ਵਿੱਚ। ਇਹ ਰਾਤੋਂ ਰਾਤ ਆਗਰਾ ਛੋੜ ਕੇ ਭੇਸ ਬਦਲ ਕੇ ਤੇ ਉਹਦੇ ਨਾਲ ਇਹ ਆਗਰੇ ਤੋਂ ਚਲੇ ਕੇ ਜਾ ਕੇ ਲਾਹੌਰ ਪਹੁੰਚੇ। ਪਹਿਲੇ ਲਾਹੌਰ ਜਾ ਕੇ ਇਹਨਾਂ ਨੇ ਆਪਣਾ ਠੀਕ ਠਾਕ ਕੀਤਾ ਜੋ ਕਰਨਾ ਸੀ, ਮੁਲਤਾਨ ਖਬਰ ਭੁਜਵਾ ਦਿੱਤੀ ਵਾਪਸ। ਉਸ ਵੇਲੇ ਹਰਕਾਰੇ ਹੁੰਦੇ ਸਨ ਜਿਹੜੇ ਖਬਰਾਂ ਲੈ ਕੇ ਜਾਂਦੇ ਸਨ, ਇਹ ਬੜਾ ਕਾਮਨ ਹੁੰਦਾ ਸੀ ਉਸ ਵੇਲੇ ਸਿਸਟਮ। ਚਿੱਠੀਆਂ ਕਾਮਨ ਸਨ ਲਿਖਣੀਆਂ ਉਸ ਵੇਲੇ, ਲੇਕਿਨ ਤੁਸੀਂ ਮੈਸੇਂਜਰ ਵੀ, ਜੇ ਤੁਸੀਂ ਅਮੀਰ ਹੋ and if you could afford it, then you could send a live messenger to the place and they will take your message there and then get the message back to you. ਹਾਂਜੀ, ਇਹ ਬੜਾ ਕਾਮਨ ਸਿਸਟਮ ਸੀ ਉਹਨਾਂ ਦਿਨਾਂ ਵਿੱਚ। ਉੱਥੋਂ ਘਰ ਖਬਰ ਭਜਵਾ ਦਿੱਤੀ ਕਿ ਮੈਂ ਆਗਰੇ ਤੋਂ ਇਸ ਤਰ੍ਹਾਂ ਲਾਹੌਰ ਆ ਗਿਆ ਹਾਂ, ਲਾਹੌਰ ਤੋਂ ਹੁਣ ਮੈਂ ਅਨੰਦਪੁਰ ਸਾਹਿਬ ਜਾਣਾ, ਮਹਾਰਾਜ ਦੇ ਚਰਨਾਂ ਵਿੱਚ ਸਾਰਾ ਟਾਈਮ ਬਿਤਾਉਣਾ ਹੈ। ਭਗਤੀ ਵਾਲੇ ਸਨ ਬੜੇ ਆਪ, ਤੇ ਉਹ ਥੋੜੇ ਦਿਨਾਂ ਦੇ ਦਰਸ਼ਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੋਏ ਸਨ, ਉਹਨਾਂ ਦਰਸ਼ਨਾਂ ਨੂੰ ਕਦੀ ਭੁਲਾ ਨਹੀਂ ਸਕੇ। ਲਾਹੌਰ ਤੋਂ ਚੜ ਕੇ ਗਿਆਸੁਦੀਨ ਨੂੰ ਨਾਲ ਲੈ ਕੇ ਜਾਂਦੇ ਹਨ ਤੇ ਅਨੰਦਪੁਰ ਸਾਹਿਬ ਪੁੱਜਦੇ ਹਨ। ਅਨੰਦਪੁਰ ਜਾ ਕੇ ਮਹਾਰਾਜ ਦੇ ਚਰਨਾਂ ਅੱਗੇ ਅਰਦਾਸ ਕਰਦੇ ਹਨ, ਚਰਨ ਪਕੜ ਕੇ ਰੋਂਦੇ ਹਨ, ਕਹਿੰਦੇ ਹਨ ਮੈਨੂੰ ਇੱਥੋਂ ਜਾਣ ਨਾ ਦਿਓ, ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹਾਂ ਇੱਥੇ ਅਨੰਦਪੁਰ ਸਾਹਿਬ, ਜਿਹੜੀ ਸੇਵਾ ਬਖਸ਼ੋਗੇ ਮੈਂ ਕਰਾਂਗਾ। ਲੇਕਿਨ ਨਾਲ ਨਾਲ ਜਿਤਾਇਆ ਤੇ ਨਹੀਂ, ਲੇਕਿਨ ਇਹ ਜ਼ਰੂਰ ਕਹਿਲਵਾ ਦਿੱਤਾ ਕਿ ਮੈਂ ਇੰਡੀਆ ਦਾ ਮੀਰ ਮੁੰਸ਼ੀ ਹਾਂ। ਮੈਂ ਮਹਾਰਾਜ ਨੂੰ ਇਸ ਗੱਲ ਦਾ ਕੁਝ ਲੱਗਿਆ ਅੰਦਰੋਂ, ਤੇ ਉਹਨਾਂ ਨੇ ਕਿਹਾ ਭਾਈ ਸਾਹਿਬ ਜੀ ਤੁਹਾਡੀ ਸੇਵਾ ਹੁਣ ਅਗਲੇ 3 ਮਹੀਨੇ ਵਾਸਤੇ ਝੂਠੇ ਭਾਂਜਣ ਦੀ ਮਾਂਜਣ ਦੀ ਸੇਵਾ ਤੁਹਾਨੂੰ ਦਿੱਤੀ ਗਈ ਹੈ। ਭਾਈ ਸਾਹਿਬ ਜੀ ਤੁਸੀਂ ਹੁਣ ਕੱਲ ਤੋਂ ਲੈ ਕੇ ਫਲਾਣੇ ਲੰਗਰ ਸਥਾਨ ਤੇ ਝੂਠੇ ਭਾਂਡੇ ਮਾਂਜਣੇ ਹਨ ਸੰਗਤ ਦੇ ਸਵੇਰੇ ਸ਼ਾਮ। ਤੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਇਸ ਤੋਂ ਵੱਡੀ ਕੋਈ ਹੋਰ ਹਿਊਮਿਲਿਟੀ ਵਾਲੀ ਸੇਵਾ ਨਹੀਂ ਹੈ, ਜਿਹਦੇ ਨਾਲ ਹਿਊਮਿਲਿਟੀ ਵੱਧਦੀ ਹੈ ਅੰਦਰੋਂ। ਤੇ ਦੇਖੋ ਹਿੰਦੁਸਤਾਨ ਦੇ ਸਭ ਤੋਂ ਵੱਡਾ ਕੋਈ ਦੇਖੋ ਕੋਈ ਪ੍ਰਾਈਮ ਮਿਨਿਸਟਰ ਹੋਵੇ, ਮੈਂ ਕਹਿੰਦਾ ਕੋਈ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਹੀ ਹੋਵੇ ਕੋਈ, ਤੇ ਉਸਨੂੰ ਕਹੋ ਜਾ ਕੇ ਜੀ ਤੁਸੀਂ ਹੁਣ ਜਾ ਕੇ ਬਾਥਰੂਮ ਸਾਫ਼ ਕਰੋ ਜੀ ਸਾਰੇ ਜਾ ਕੇ, ਕੱਲ ਤੋਂ ਲਾ ਕੇ ਤੁਹਾਡੀ ਇਹ ਸੇਵਾ ਹੈ ਕਿ ਬਾਥਰੂਮ ਸਾਫ਼ ਕਰੋ ਤੇ ਜਿਤਨੀਆਂ ਬਾਹਰ ਜੋੜੇ ਪਏ ਹਨ ਜੋੜਿਆਂ ਦੇ ਜੋੜੇ ਝਾੜੋ ਤੇ ਸਾਰੇ ਜਿਹੜੇ ਹਨ ਝੂਠੇ ਭਾਂਡੇ ਸੰਗਤ ਦੇ ਮਾਂਜੋ। I like to see how many people would like to do that, or how many people get thrilled in doing that. ਇਤਿਹਾਸ ਲਿਖਿਆ ਹੈ ਕਿ ਗੱਲ ਸੁਣਨਿਆਂ ਸਾਰ ਖੁਸ਼ ਹੋ ਗਏ ਬੜੇ ਕਿ ਮੈਨੂੰ ਸੇਵਾ ਦਿੱਤੀ ਹੈ ਗੁਰੂ ਨੇ। ਲੰਗਰ ਦੀ ਸੇਵਾ ਕਰਦੇ ਹਨ, ਝੂਠੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਹਨ। ਤੇ ਇੱਕ ਉਹਨਾਂ ਦੀ ਪੋਇਮ ਹੈ, ਬੜੀ ਮਸ਼ਹੂਰ ਪੋਇਮ ਜਿਹੜੀ ਉਹਨਾਂ ਨੇ ਲਿਖੀ,
ਜਿਹੜੀ ਲਿਖਣ ਦੀ ਡੇਟ ਮੁਕੰਮਲ ਜਿਹੜੀ ਹੈ ਮੈਨੇ ਕੰਪਲੀਸ਼ਨ ਪੋਇਮ ਦੀ ਅਨੰਦਪੁਰ ਸਾਹਿਬ ਹੋਈ। ਬਹੁਤ ਇੰਪੋਰਟੈਂਟ ਇੱਕ ਉਹਨਾਂ ਦਾ ਕਲਾਮ ਹੈ ਜਿਹਨੂੰ ਉਹਨਾਂ ਨੇ ਬੰਦਗੀ ਨਾਮਾ ਕਿਹਾ। ਉਹਨਾਂ ਨੇ ਬੰਦਗੀ ਨਾਮਾ ਨਾਮ ਦਾ ਕਲਾਮ ਲਿਖਿਆ ਤੇ ਮਹਾਰਾਜ ਅੱਗੇ ਬੇਨਤੀ ਕੀਤੀ। ਫਾਰਸੀ ਵਿੱਚ ਹੈ ਸਾਰਾ, ਪਰਸ਼ੀਅਨ ਵਿੱਚ ਅਨਫੋਰਚੂਨਟਲੀ ਮੈਨੂੰ ਫਾਰਸੀ ਨਹੀਂ ਆਉਂਦੀ, ਮੈਂ ਪੜ੍ਹੀ ਨਹੀਂ ਫਾਰਸੀ। ਤੇ ਮਹਾਰਾਜ ਨੇ ਹੁਕਮ ਦਿੱਤਾ, ਭਾਈ ਸਾਹਿਬ ਜੀ ਕੱਲ ਦਰਬਾਰ ਸਾਹਿਬ ਕੱਲ ਜਦੋਂ ਸਮਾਪਤੀ ਤੋਂ ਬਾਅਦ ਤੁਸੀਂ ਆਪਣਾ ਕਲਾਮ ਆਪਣੀ ਬੰਦਗੀ ਨਾਮਾ ਜਿਹੇ ਇਹ ਸੰਗਤ ਨੂੰ ਸੁਣਾਉਣਾ ਹੈ। ਸਾਰਾ ਸੰਗਤ ਨੂੰ ਸੁਣਾਇਆ। ਜਦੋਂ ਸੰਗਤ ਨੂੰ ਸੁਣਾਇਆ ਕਹਿੰਦੇ ਮਹਾਰਾਜ ਦੀ ਆਪਣੀਆਂ ਅੱਖਾਂ ਚ ਅਥਰੂ ਆ ਗਏ। ਇਤਨਾ ਵਿਰਾਗ ਭਰੀ ਕਵਿਤਾ ਸੀ ਪ੍ਰਮਾਤਮਾ ਦੀ ਸਿਫਤ ਵਿੱਚ। ਤੇ ਕਹਿਣ ਲੱਗੇ ਭਾਈ ਸਾਹਿਬ ਜੀ ਤੁਹਾਡਾ ਇਹ ਬੰਦਗੀ ਨਾਮਾ ਦਾ ਨਾਮ ਬਦਲ ਕੇ ਜ਼ਿੰਦਗੀ ਨਾਮਾ ਰੱਖ ਦਿੰਦਾ ਹਾਂ। ਇਹਦਾ ਨਾਮ ਹੁਣ ਜ਼ਿੰਦਗੀ ਨਾਮਾ ਹੋਏਗਾ। ਜਿਹੜਾ ਗੁਰੂ ਕਾ ਸਿੱਖ ਪ੍ਰੇਮਾ ਭਗਤੀ ਨੂੰ ਜਾਣਨ ਦੀ ਕੋਸ਼ਿਸ਼ ਕਰੇਗਾ, ਜਿਹੜਾ ਗੁਰੂ ਕਾ ਸਿੱਖ ਪ੍ਰੇਮਾ ਭਗਤੀ ਵੀ ਡੁੱਬਣ ਦੀ ਕੋਸ਼ਿਸ਼ ਕਰੇਗਾ, ਇਹ ਉਸ ਨੂੰ ਹੁਕਮ ਹੋਏਗਾ ਹੈ ਕਿ ਤੁਸੀਂ ਇਹ ਜ਼ਿੰਦਗੀ ਨਾਮਾ ਜ਼ਰੂਰ ਪੜ੍ਹਨਾ ਹੈ। ਤੁਸੀਂ ਹੁਣ ਵੀ ਗੁਰੂ ਕੇ ਕੀਰਤਨੀਏ ਅੱਜ ਕੱਲ ਘਟ ਗਿਆ ਹੈ। ਭਾਈ ਧਰਮ ਸਿੰਘ ਜ਼ਖਮੀ ਬਹੁਤ ਵੱਡੇ ਗੁਰੂ ਘਰ ਦੇ ਵੱਡੇ ਉੱਗੇ ਕੀਰਤਨੀਏ ਹੋਏ ਹਨ। ਉਹਨਾਂ ਨੇ ਆਪ ਬਹੁਤ ਸੁਚੱਜਾ ਢੰਗ ਦਾ ਕੀਰਤਨ, ਰਬਾਬੀਆਂ ਦੇ ਢੰਗ ਦਾ ਕੀਰਤਨ ਹੁਣ ਵੀ ਉਹਨਾਂ ਦੇ, ਲੇਕਿਨ ਆਪ ਨਹੀਂ ਹਨ ਉਸ ਦੁਨੀਆ ਚ ਹੁਣ। ਉਹਨਾਂ ਦੀਆਂ ਕਵਿਤਾ ਉਹਨਾਂ ਵਿੱਚੋਂ ਭਾਈ ਨੰਦ ਲਾਲ ਜੀ ਦੇ ਦਰਸ਼ਨ ਹੁੰਦੇ ਸਨ ਜਦੋਂ ਆਪ ਕੀਰਤਨ ਕਰਦੇ ਸਨ। ਬੜੀ ਬਾਣੀ ਭਾਈ ਨੰਦ ਲਾਲ ਜੀ ਦੀ ਗਾਉਂਦੇ ਸਨ ਉਹ ਆਪ। ਤੇ ਜ਼ਿੰਦਗੀ ਨਾਮਾ ਵਿੱਚੋਂ ਬੜੀਆਂ ਗੱਲਾਂ ਉਹਨਾਂ ਨੇ ਗਾ ਕੇ ਸੁਣਾਈਆਂ ਹਨ। I want to read few lines from ਜ਼ਿੰਦਗੀ ਨਾਮਾ and just tell you the quality, not only the quality of the work, the quality of the poetry, ਪਰ ਭਾਈ ਸਾਹਿਬ ਜੀ ਦੀ ਪ੍ਰਮਾਤਮਾ ਨਾਲ ਲਿਵ, ਪਰ ਭਾਈ ਸਾਹਿਬ ਜੀ ਦੀ ਪ੍ਰਮਾਤਮਾ ਨਾਲ ਪ੍ਰੇਮਾ ਭਗਤੀ ਦੀ ਲਿਵ ਤੇ ਗੁਰੂ ਨਾਲ ਲਿਵ ਕਿਤਨੀ strong ਸੀ। I'm going to read like it will take few minutes to read. I'm going to read at least 8 or 10 couplets, in total, and ਉਹਦੀਆਂ translation ਕਿਉਂਕਿ ਫਾਰਸੀ ਵਿੱਚ ਹੈ। ਮੇਰੀ ਫਾਰਸੀ ਦੀ pronunciation ਬਹੁਤ ਅੱਛੀ ਨਹੀਂ ਹੈ, ਤਾਂ ਮੈਂ ਪਹਿਲੇ ਉਸ ਗੱਲ ਦੀ ਮਾਫੀ ਲੈ ਲਵਾਂ ਕਿ ਜੇ ਕੋਈ ਫਾਰਸੀ ਜਾਣਨ ਵਾਲਾ ਹੋਵੇ ਤੇ ਮੇਰੀ pronunciation ਠੀਕ ਨਾ ਹੋਵੇ ਅੱਗੇ ਤੇ ਮੈਂ ਹੱਥ ਜੋੜ ਕੇ ਮਾਫੀ ਪਹਿਲੇ ਹੈ ਜੀ ਉਸ ਗੱਲ ਦੀ। Before I read a few lines, does anybody have any questions or anybody have any issues or questions or something? I will wait for a few minutes and then continue. Hanji, ਹੁਣ ਤੱਕ ਦੀ ਉਹਨਾਂ ਦੀ ਲਾਈਫ ਤੇ ਕੋਈ ਕੁਐਸਚਨ ਹੋਵੇ ਜਾਂ ਕੋਈ ਨਾ ਚੀਜ਼ ਸਮਝ ਆਈ ਹੋਵੇ। ਹਾਂਜੀ। So Virji, I have one question. ਹਾਂਜੀ Hanji, when Bhai Sahib moved to Anandpur Sahib second time after, did he take his family with him at this point? The family was still in Multan. Acha, family ਨਾਲ ਬਾਅਦ ਵਿੱਚ ਉਹ ਜ਼ਿੰਦਗੀ ਨਾਮਾ ਦੇ ਇਨਸੀਡੈਂਟ ਤੋਂ ਬਾਅਦ ਹਲਕਾਰੇ ਆਂਦੇ, ਮੈਂ ਦੱਸਾਂਗਾ ਤੁਹਾਨੂੰ ਉਹਦੇ ਫੈਮਿਲੀ ਬਾਰੇ। ਅੱਛਾ ਜੀ, ਓਕੇ। I will let you know. ਹਾਂਜੀ, ਪਰ just to let you know ਕਿ ਬਾਅਦ ਵਿੱਚ ਸੈਟਲ ਵਾਪਸ ਮੁਲਤਾਨ ਹੀ ਜਾਂਦੇ ਹਨ। ਮੈਨੂੰ ਜਿਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਗੁਰੂ ਨਾਨਕ ਕਿਸੇ ਰੂਪ ਚ ਆਏ ਹਨ, ਦੁਬਾਰਾ ਉਦਾਸੀਆਂ ਲੈਂਦੇ ਹਨ ਤੇ ਵਾਪਸ ਫਿਰ ਉਦਾਸੀ ਲੈ ਕੇ ਮੁਲਤਾਨ ਵਾਪਸ ਸੈਟਲ ਹੋ ਜਾਂਦੇ ਹਨ। ਤੇ any other questions about his life so far that I have discussed? ਨਹੀਂ ਜੀ, ਠੀਕ। Let me read a few lines from ਉਹਨਾਂ ਦੇ ਜ਼ਿੰਦਗੀ ਨਾਮੇ ਚੋਂ। ਬੰਦਗੀ ਨਾਮਾ ਉਹਨਾਂ ਦੇ ਨਾਲ ਲਿਖਿਆ ਸੀ ਤੇ ਮੈਂ ਪਹਿਲੇ ਫਾਰਸੀ ਵਿੱਚ ਜਿਤਨੇ ਮੇਰੇ ਕੋਲ ਬੈਸਟ ਜਿਹੜੀ ਮੇਰੀ ਪ੍ਰੋਨਾਂਸੀਏਸ਼ਨ ਹੋ ਸਕਦੀ ਹੈ ਮੈਂ ਕਰਾਂਗਾ, ਫਿਰ ਮੈਂ ਉਹਦਾ ਤਰਜੁਮਾ ਜਿਹੜਾ ਹੈ, ਉਹਦੀ ਟ੍ਰਾਂਸਲੇਸ਼ਨ ਜਿਹੜੀ ਹੈ ਮੈਂ ਤੁਹਾਨੂੰ ਪੰਜਾਬੀ ਚ ਪੜ੍ਹ ਕੇ ਸੁਣਾਵਾਂਗਾ ਤੁਹਾਨੂੰ ਮੈਂ। ਤੇ ਪਹਿਲੇ ਹੈ ਕਿ ਨੀਸਤ ਦਰਵੇ ਮੁੰਦਰਜ਼ ਏ ਬਾਖਬਰ ਏ ਖਾ ਥਾ ਖਬਰ ਗੈਰ ਹਰਚ ਸੰਦਗੀ ਹਰਚ ਦਿਗਾਰ। हे ਜਾਣਕਾਰ, हे ਜਿਗਿਆਸੂ, हे ਪ੍ਰਮਾਤਮਾ ਦੇ ਭਗਤ, ਇਸ ਵਿੱਚ ਬਿਨਾਂ ਰੱਬ ਦੇ ਬੰਦਗੀ ਦੇ ਹੋਰ ਕੋਈ ਦੂਜੀ ਅੰਦਰ ਦਰਜ ਕੀ ਹੈ? ਭਾਵ ਜ਼ਿੰਦਗੀ ਦੇ ਅੰਦਰ ਪ੍ਰਮਾਤਮਾ ਦੇ ਪਿਆਰ ਤੋਂ ਸਿਵਾਏ ਹੋਰ ਕਿਹੜੀ ਵੱਡੀ ਗੱਲ ਹੋ ਸਕਦੀ ਹੈ? ਕੋਈ ਵੱਡੀ ਗੱਲ ਨਹੀਂ ਹੋ ਸਕਦੀ। ਪ੍ਰੇਮਾ ਭਗਤੀ ਸਭ ਤੋਂ ਉੱਚਾ ਰੂਪ ਹੈ ਜ਼ਿੰਦਗੀ ਦਾ। ਤੇ ਅਗਲੀ ਲਾਈਨ ਚ ਲਿਖਦੇ ਹਨ, ਯਾਦ ਹਕ ਸਰਮਾਇਆ ਇਹ ਰੋਸ਼ਨ ਦਿਲਸੀਅਤ। ਰੱਬ ਦੀ ਯਾਦ ਇਹ ਚਾਨਣ ਹੈ ਤੇ ਦਿਲ ਦੀ ਪ੍ਰਮਾਤਮਾ ਦੀ ਜ਼ਿੰਦਗੀ ਦੀ ਪੂੰਜੀ ਹੈ, ਭਾਵ ਕੈਪੀਟਲ ਹੈ ਪ੍ਰਮਾਤਮਾ ਦੀ ਯਾਦ, ਪ੍ਰਮਾਤਮਾ ਦਾ ਪਿਆਰ। ਤੇ ਅਗਲੀ ਲਾਈਨ ਹੈ, ਯਾਦ ਹਕ, ਹਾਂ ਯਾਦ ਹਕ, ਹਾਂ ਯਾਦ ਹਕ। 3 ਵਾਰੀ ਕੰਪਲੀਟ ਕੀਤਾ ਨੇ। ਹਾਂ ਰੱਬ ਦੀ ਯਾਦ, ਹਾਂ ਪਿਆਰੇ ਦੀ ਯਾਦ, ਹਾਂ ਪਿਆਰੇ ਦੀ ਯਾਦ। ਸਵਾਏ ਪਿਆਰੇ ਦੀ ਯਾਦ ਤੋਂ ਕੁਛ ਨਹੀਂ ਹੈ ਮੇਰੀ ਹੋਰ ਜ਼ਿੰਦਗੀ, ਮੈਨੂੰ ਕੁਛ ਨਹੀਂ ਚਾਹੀਦਾ ਹੋਰ।
ਹਰਚ ਦੀਦਾਰ ਨਿਸ਼ਤ ਗਹਿਰ ਅਜ਼ ਯਾਦ ਹਕ। ਰੱਬ ਦੀ ਯਾਦ ਤੋਂ ਛੂਟ ਹੋਰ ਕੋਈ ਦੂਜਾ ਮੈਂ ਕੁਛ ਨਾ ਪੜਾ, ਮੇਰਾ ਧਿਆਨ ਕਿਧਰੇ ਜਾਵੇ ਹੀ ਨਾ ਹੋਰ। ਹੈ ਮੇਰੇ ਪ੍ਰਮਾਤਮਾ, याद हक या याद हक या याद हक, या इलाही हर दिल पज मुर्दारा। हे अकाल पुरख, हर मुरझाए हुए दिल ਨੂੰ ਹਰਿਆ ਕਰੋ ਤੁਸੀਂ। ਅਰਦਾਸ ਕਰਦੇ ਹਨ ਸਾਰਿਆਂ ਵਾਸਤੇ ਜਿਹੜੇ ਡਿਪਰੈਸ਼ਨ ਵਿੱਚ ਹਨ, ਜਿਹੜੇ ਮੁਰਝਾਏ ਹਨ, ਉਹਨਾਂ ਫੁੱਲਾਂ ਨੂੰ ਵੀ ਉਘਾੜ ਦਿਓ ਤੁਸੀਂ। ਤੇ ਸਬਜ਼ ਕੂਨ ਹਰ ਖਾਤਰ ਅਫਸ ਸੁਰਦਾਰਾ, ਹਰ ਕੁਮਲਾਏ ਹਿਰਦੇ ਨੂੰ ਹਰਿਆ ਕਰੋ। ਹੈ ਮੇਰੇ ਪਾਤਸ਼ਾਹ, ਹਰ ਕੁਮਲਾਏ ਹੋਏ ਹਰ ਦੁਖੀ ਹਿਰਦੇ ਨੂੰ ਤੁਸੀਂ ਆਪ ਹਰਿਆ ਕਰੋ ਤੁਸੀਂ। ਹੈ ਮੇਰੇ ਗੁਰੂ। ਯਾ ਇਲਾਹੀ ਯਾਵਰੀ ਕੁਨ ਬੰਦਾਰਾ, हे ਅਕਾਲ ਪੁਰਖ, ਇਸ ਬੰਦੇ ਸੇਵਕ ਦੇ ਸਹਾਈ ਬਣੋ ਤੁਸੀਂ। ਮੇਰੇ ਗੁਣ ਅਵਗੁਣ ਨਾ ਵਿਚਾਰੋ ਤੁਸੀਂ, ਮੇਰੇ ਗੁਣ ਅਵਗੁਣ ਪਰ ਧਿਆਨ ਨਾ ਦਿਓ ਤੁਸੀਂ, ਮੈਨੂੰ ਵੀ ਆਪਣੇ ਆਪ ਨਾਲ ਲਗਾ ਲਵੋ। ਸੁਰਖੂਰ ਕੁਨ ਹਰ ਦਿਲ ਸ਼ਰਮਿੰਦਾਰਾ, हे ਸ਼ਰਮਿੰਦੇ ਦਿਲ ਨੂੰ ਸੁਰਖੁਰ ਕਰ ਦਿਓ। ਜੇ ਮੈਂ ਗਲਤੀਆਂ ਕੀਤੀਆਂ ਹਨ ਪਹਿਲੇ ਤੇ ਉਸ ਨੂੰ ਮਾਫ ਕਰ ਦਿਓ ਤੁਸੀਂ। हे ਮੇਰੇ ਪਾਤਸ਼ਾਹ, ਦਰ ਗਿਲ ਗੋਇਆ ਹਵਾਏ ਸ਼ੋਕ ਬਖਸ਼, ਬਰ ਜ਼ੁਬਾਨਸ਼ ਜਗ ਏ ਅਜ਼ ਜ਼ੋਕ ਬਖਸ਼। हे ਅਕਾਲ ਪੁਰਖ, ਇਸ ਗੋਇਆ ਦੇ ਦਿਲ ਵਿੱਚ ਪ੍ਰੇਮ ਦਾ ਚਾਹ ਬਖਸ਼ ਦੇ ਤੂੰ, ਪ੍ਰੇਮਾ ਭਗਤੀ ਬਖਸ਼ ਦੇ। ਇਹਦੇ ਵਿੱਚ ਪ੍ਰਮਾਤਮਾ ਨੂੰ ਚਾਹ ਦੀ ਬਖਸ਼ ਦੇ, ਪ੍ਰਮਾਤਮਾ ਨੂੰ ਮਿਲਣ ਦੀ ਚਾਹ ਬਖਸ਼ ਦੇ। ਤੇ ਗੋਇਆ ਦੀ ਜੀਭ ਉੱਪਰ ਆਪਣੇ ਚਾਹ ਦਾ ਇੱਕ ਕਿਣਕਾ ਬਖਸ਼ ਦੇ, ਖਾਲੀ ਬਸ ਇੱਕ ਕਿਣਕਾ ਉਹਦੀ ਯਾਦ ਦਾ ਮੇਰੇ ਜੀਭ ਤੇ ਬਖਸ਼ ਦੇ। ਹੈ ਮੇਰੇ ਪ੍ਰਮਾਤਮਾ, ਦੇਖੋ ਕਿਤਨਾ ਅੰਦਰੋਂ ਪ੍ਰਮਾਤਮਾ ਨਾਲ ਲਿਵ, ਕਿਤਨੀ ਪ੍ਰੇਮਾ ਭਗਤੀ ਨਾਲ ਪਿਆਰ ਹੈ ਉਹਨਾਂ ਦਾ। ਤਾਂ ਨਾ ਬਾਜ਼ਤ ਵਿਰਦ ਆ ਜੁਜ਼ ਯਾਦ ਹਕ, ਤਾਂ ਜੋ ਰੱਬ ਦੀ ਯਾਦ ਤੋਂ ਛੁੱਟ ਹੋਰ ਦੂਜਾ ਕੋਈ ਸਿਮਰਨ ਨਾ ਕਰਿਆ ਹੀ ਨਾ ਮੈਂ ਕੋਈ। ਉਹਨਾਂ ਦੀ ਯਾਦ ਤੋਂ ਸਿਵਾਏ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਨਾ ਲੈ ਕੇ ਆਵਾਂ। ਤਾਂ ਨਾ ਖਾਨਦ ਗੈਰ ਹਕ ਦਿਗਰ ਸਬਕ, ਤਾਂ ਜੋ ਰੱਬ ਦੇ ਪ੍ਰੇਮ ਤੋਂ ਬਿਨਾ ਹੋਰ ਦੂਜਾ ਕੋਈ ਸਬਕ ਨਾ ਪੜਾ। ਪਰ ਪ੍ਰਮਾਤਮਾ ਦੇ ਪ੍ਰੇਮ ਤੋਂ ਸਿਵਾ ਹੋਰ ਕੋਈ ਦੂਜੀ ਗੱਲ ਮੈਂ ਆਖਾਂ ਹੀ ਨਾ, ਕੋਈ ਦੂਜੀ ਗੱਲ ਕਰਾਂ ਹੀ ਨਾ ਕੋਈ ਮੈਂ ਹੋਰ। ਤਾਂ ਨਾ ਗਰਦ ਗੈਰ ਨਾਮ ਜ਼ਿਕਰ ਹਕ, ਤਾਂ ਜੋ ਮੈਂ ਬਿਨਾ ਰੱਬ ਦੇ ਸਿਮਰਨ ਦੇ ਹੋਰ ਦੂਜੇ ਕੋਈ ਨਾਮ ਲਵਾ ਹੀ ਨਾ। ਤਾਂ ਨਾ ਗਰਦ ਗੈਰ ਨਾਮ, ਨਾਮ ਤੋਂ ਗੈਰ, ਨਾਮ ਤੋਂ ਬਿਨਾ ਜ਼ਿਕਰ ਹਕ, ਉਸ ਪ੍ਰਮਾਤਮਾ ਦੇ ਜ਼ਿਕਰ ਤੋਂ ਸਿਵਾਏ ਹੈ ਮੇਰੀ ਜ਼ੁਬਾਨ ਚ ਕੁਝ ਨਿਕਲੇ ਹੀ ਨਾ ਹੋਰ, ਉਸ ਪ੍ਰਮਾਤਮਾ ਦੀ ਸਿਫਤ ਤੋਂ ਬਗਾਏ। ਤਾਂ ਨਾ ਗੋਇਦ ਹਰਚ ਗੈਰ ਅਸ ਫਿਕਰ ਹਕ, ਤਾਂ ਜੋ ਬਿਨਾ ਰੱਬ ਦੇ ਧਿਆਨ ਤੋਂ ਹੋਰ ਦੂਜਾ ਕੋਈ ਸ਼ਬਦ ਮੇਰੇ ਮਨ ਚ ਆਏ ਹੀ ਨਾ। ਤੇ ਲਾਸ ਲਿਖਦੇ ਹਨ, ਅਰਦਾਸ ਕਰਦੇ ਹਨ ਪ੍ਰਮਾਤਮਾ ਅੱਗੇ, ਦੀਦਾ ਅਸ ਦੀਦਾਰ ਹਕ ਪੁਰ ਨੂਰ ਕੂਨ, ਰੱਬ ਨੂੰ ਹੈ ਅਕਾਲ ਪੁਰਖ ਮੇਰੀਆਂ ਅੱਖਾਂ ਨੂੰ ਰੱਬ ਦੇ ਦੀਦਾਰੇ ਨਾਲ ਨੂਰੋ ਨੂਰ ਕਰ ਦੇ। ਇਸ ਇਹਨਾਂ ਅੱਖਾਂ ਵਿੱਚ ਆਪਣੇ ਦੀਦਾਰੇ, ਆਪਣੇ ਨੂਰ ਨਾਲ ਭਰਪੂਰ ਕਰ ਦੇ ਮੈਨੂੰ ਆਪਣੇ ਦਰਸ਼ਨਾਂ ਨਾਲ। ਮੇਰੇ ਤੇ ਕਿਰਪਾ ਕਰੋ ਹੈ ਮੇਰੇ ਪ੍ਰਮਾਤਮਾ। ਗੈਰ ਹਕ ਅਜ਼ ਖਾਤਰ ਦਿਲ ਦੂਰ ਕੂਨ, ਮੇਰੇ ਦਿਲ ਵਿੱਚੋਂ ਰੱਬ ਤੋਂ ਬਿਨਾ ਸਭ ਕੁਝ ਹੋਰ ਦੂਸਰੀ ਕੋਈ ਥਾਟ ਪ੍ਰੋਸੈਸ ਦੂਰ ਕਰ ਦਿਓ। ਇਹੋ ਜੀ ਇਸ ਲੈਵਲ ਦੀ ਪ੍ਰੇਮਾ ਭਗਤੀ ਦੇ ਮਾਲਕ ਸਨ ਆਪ, ਇਸ ਲੈਵਲ ਦੀ ਕਵਿਤਾ ਲਿਖਣ ਦੇ ਮਾਲਕ ਸਨ ਆਪ। ਤੇ ਜਦੋਂ ਇਹ ਕਵਿਤਾ ਜਦੋਂ ਮਹਾਰਾਜ ਨੇ ਉਸ ਵੇਲੇ ਸੁਣੀ ਤੇ ਉਸੇ ਵੇਲੇ ਦਾਨ ਦੇ ਦਿੱਤਾ। ਜਾਓ ਭਾਈ ਸਾਹਿਬ ਜੀ, ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੁਲ ਹੈ। ਹੁਣ ਤੁਹਾਡੀ ਬਾਣੀ ਵਿੱਚ ਤੇ ਸਾਡੀ ਬਾਣੀ 'ਚ ਕੋਈ ਫਰਕ ਨਹੀਂ ਹੈ। ਗੁਰੂ ਕਾ ਸਿੱਖ ਜਿਤਨਾ ਮਾਨ ਗੁਰੂਆਂ ਦੀ ਬਾਣੀ ਦਾ ਕਰਨਗੇ, ਉਤਨਾ ਮਾਨ ਤੁਹਾਡੀ ਬਾਣੀ ਦਾ ਕਰਨਗੇ ਭਾਈ ਸਾਹਿਬ ਜੀ। ਇਹ ਬਹੁਤ ਵੱਡਾ ਸਤਿਕਾਰ ਹੈ ਗੁਰੂ ਘਰ 'ਚ। ਸਿਰਫ 2 ਇੰਡੀਵਿਜੂਅਲਸ ਨੂੰ ਇਹੋ ਜਿਹਾ ਸਤਿਕਾਰ ਮਿਲਿਆ ਹੈ, ਇੱਕ ਭਾਈ ਗੁਰਦਾਸ ਤੇ ਇੱਕ ਭਾਈ ਨੰਦ ਲਾਲ। ਹੋਰ ਕਿਸੇ ਨੂੰ ਇਹੋ ਜਿਹਾ ਸਤਿਕਾਰ ਗੁਰੂ ਘਰ ਵਿੱਚ, ਇਤਨਾ ਵੱਡਾ ਸਤਿਕਾਰ ਕਿਸੇ ਨੂੰ ਨਹੀਂ ਮਿਲਿਆ ਹੋਰ। ਸੋ ਉਸ ਵੱਡੇ, ਉਸ ਮਹਾਨ ਸ਼ਖਸੀਅਤ ਦੇ ਮਾਲਕ, ਉਸ ਮਹਾਨ ਗੁਰੂ ਕੇ ਪਿਆਰ ਕਰਨ ਵਾਲੇ ਦੇ ਅੱਜ ਤੁਸੀਂ ਉਹਨਾਂ ਦੇ ਬਾਰੇ ਮੇਰੇ ਕੋਲ ਜਿਤਨੀ ਮੇਰੇ ਕੋਲ ਯਥਾ ਸ਼ਕਤੀ ਅਨੁਸਾਰ ਸੁਣਦੇ ਪਏ ਹੋ। I will stop for a second and see what anybody else has to say something. Virji, I have one question. ਭਾਈ ਨੰਦ ਲਾਲ ਜੀ ਦੀ ਬਾਣੀ ਪਰ ਗੁਰੂ ਗ੍ਰੰਥ ਸਾਹਿਬ ਚ ਇਨਕੋਰਪੋਰੇਟ ਨਹੀਂ ਹੈਗੀ।
ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਚ ਇਨਕੋਰਪੋਰੇਟ ਨਹੀਂ ਹੈ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਨਹੀਂ ਹੈ ਇਨਕੋਰਪੋਰੇਟ। Any reason why ਦਰਜਾ ਦਿੱਤਾ? ਨਹੀਂ ਹੋ ਕੇ ਵੀ ਹੈ, ਲੇਕਿਨ ਨਹੀਂ ਹੋ ਕੇ ਵੀ ਹੈ, ਨਹੀਂ ਹੋ ਕੇ ਵੀ ਬਾਣੀ ਦੇ ਤੁਲ ਉਹਦੀ ਜਿਹੜੀ ਹੈ ਉਹਦੀ ਇੰਪੋਰਟੈਂਸ ਹੈ। ਹਾਂਜੀ, ਇਹ ਮੈਨੂੰ ਨਹੀਂ ਪਤਾ ਕਿਉਂ ਸ਼ਾਮਿਲ ਨਹੀਂ ਹੋਏ, that I only Guru knows। ਜ਼ਰੂਰ ਕੋਈ ਰੀਜ਼ਨ ਹੋਣਾ ਹੈ, ਸ਼ਾਇਦ ਆਪੇ ਹੀ ਕਿਹਾ ਹੋਵੇ ਨੇ, ਕੋਈ ਵੱਡੀ ਗੱਲ ਨਹੀਂ ਕਿ ਨਹੀਂ ਕਰਨੀ ਤੁਸੀਂ ਜੀ, ਬਟ ਵਰ ਹੈ ਉਹਨਾਂ ਦੀ ਬਾਣੀ ਨੂੰ, ਔਰ ਉਹਨਾਂ ਦੀ ਬਾਣੀ ਸੁੱਚੀ ਬਾਣੀ ਮੰਨੀ ਜਾਂਦੀ ਹੈ। ਔਰ ਤੁਸੀਂ ਉਹਨਾਂ ਦੇ ਕਵਿਤਾ ਨੂੰ ਦੇਖ ਲਿੱਤਾ ਕਿ ਕਿਹੋ ਜਿਹਾ ਪਿਆਰ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਕਵਿਤਾਵਾਂ ਵਿੱਚ ਭਰਿਆ ਹੋਇਆ। ਹਾਲੇ ਤੁਸੀਂ ਉਹਨਾਂ ਦੀ ਨਿਮਰਤਾ ਦੀ ਹੱਦ ਨਹੀਂ ਦੇਖੀ, ਜਿਹੜੀ ਮੈਂ ਤੁਹਾਨੂੰ ਅੱਗੇ ਜਾ ਕੇ ਤਨਖਾਹਨਾਮਾ ਚੋਂ ਸੁਣਾਣੀ ਹੈ, ਜਿਹੜੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਤਨਾ ਪਿਆਰ ਉਹਨਾਂ ਦਾ ਆਪਣੇ ਗੁਰੂ ਨਾਲ ਸੀ। Anybody else has any questions or comments ਉਹਨਾਂ ਦੀ ਲਾਈਫ ਬਾਰੇ ਹੁਣ ਤੱਕ before I move forward? I was going to say ਕਿ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਕੀਰਤਨ ਕੀਤਾ ਜਾਂਦਾ ਹੈ, ਉਸ ਤਰ੍ਹਾਂ ਭਾਈ ਨੰਦ ਲਾਲ ਜੀ ਦੀਆਂ ਜਿਹੜੀਆਂ ਗਜ਼ਲਾਂ ਨੇ ਉਹਨਾਂ ਦਾ ਵੀ ਜਿਹੜਾ ਕੀਰਤਨ ਹੈ ਉਹ ਪ੍ਰਵਾਨ ਹੈ ਕਰਨਾ ਉਹਨਾਂ ਨੂੰ। ਬਿਲਕੁਲ, ਉਹਨਾਂ ਦਾ ਕੀਰਤਨ ਦਰਬਾਰ ਸਾਹਿਬ ਅੰਦਰ, ਹਰਮੰਦਰ ਸਾਹਿਬ ਅੰਦਰ ਕੀਰਤਨ ਕਰਨ ਦੀ ਇਜਾਜ਼ਤ ਹੈ। ਇਹ ਬਹੁਤ ਵੱਡਾ ਇੱਜ਼ਤ ਮਾਨ ਹੈ, ਬਹੁਤ ਵੱਡੀ ਇੱਕ ਮਹਾਰਾਜ ਨੇ ਉਹਨਾਂ ਨੂੰ ਇਹ ਚੀਜ਼ ਬਖਸ਼ੀ, ਔਰ ਉਹਨਾਂ ਦੀ ਨਾਲ ਰਹੇ ਹਨ ਗੁਰੂ ਸਾਹਿਬ ਨਾਲ। ਤੇ ਮੈਂ ਅੱਗੇ ਜਾ ਕੇ ਉਹਨਾਂ ਦਾ ਤੁਹਾਨੂੰ ਅੱਜ ਮੈਂ ਉਹਨਾਂ ਦੇ ਰਹਿਤਨਾਮਾ ਵੀ ਸੁਣਾਣਾ ਹੈ, ਭਾਈ ਨੰਦ ਲਾਲ ਜੀ ਦਾ ਕਿਤਨਾ ਇੰਪੋਰਟੈਂਟ ਰਹਿਤਨਾਮਾ ਹੈ ਉਹਨਾਂ ਦਾ ਲਿਖਿਆ ਹੋਇਆ। ਬਟ ਸੋ ਫਾਰ ਜੇ ਤੁਹਾਡੇ ਹੋ ਸਕੇ, ਤੁਹਾਡੇ ਕੋਲ ਟਾਈਮ ਹੋਏ ਅਗਰ, ਤੇ ਜ਼ਰੂਰ ਤੁਸੀਂ ਪੜ੍ਹਿਓ ਉਹਨਾਂ ਦਾ ਬੰਦਗੀਨਾਮਾ। ਪੜ੍ਹਨ ਵਾਲਾ ਹੈ, ਪਰਮਾਤਮਾ ਨਾਲ ਪਿਆਰ ਨਾਲ ਭਰਪੂਰ ਹੈ ਉਹ ਬਿਲਕੁਲ। ਸੋ ਜਿਹੜੇ ਪੜ੍ਹ ਸਕਦੇ ਹਨ ਜ਼ਰੂਰ ਪੜ੍ਹਨ। ਤੇ ਬੁੱਕਸ ਆਰ ਅਵੇਲੇਬਲ, hundreds of books are available। ਕੋਈ ਤਰਜੁਮੇ ਦੀ ਕੋਈ ਟ੍ਰਾਂਸਲੇਸ਼ਨ ਦਾ ਕੋਈ ਇਸ਼ੂ ਨਹੀਂ ਹੈ ਕੋਈ। ਹਾਂਜੀ ਸੁਰਿੰਦਰ ਜੀ, ਉਹਨਾਂ ਦੇ ਨਾਂ ਦੇ ਅਗੇਂਸਟ ਯੂਜ਼ ਕੀਤਾ ਗਿਆ ਗੋਇਆ ਤਖੱਲਸ ਹੈ ਜਾਂ ਗੋਇਆ ਦਾ ਲਾਸਟ? ਗੋਇਆ ਆਪਣੇ ਉਹਨਾਂ ਨੇ ਆਪਣੀ ਪੋਇਟਰੀ ਵਿੱਚ ਨਾਂ ਗੋਇਆ ਲਿਖਿਆ ਹੈ, ਆਪਣਾ ਪੋਇਟਿਕ ਨਾਮ ਉਹਨਾਂ ਦਾ ਗੋਇਆ ਸੀ। ਤਖੱਲਸ। ਹਾਂਜੀ। ਯਾ ਕਈ ਵਾਰੀ ਲਾਲ ਵੀ ਲਿਖਿਆ ਨੇ ਨਾਲ, ਬਹੁਤ ਵਾਰੀ ਲਾਲ ਵੀ ਆਇਆ ਹੈ ਵਰਡ। ਤੇ ਵੈਸੇ ਵੀ ਗੁਰੂ ਕੇ ਲਾਲ ਹੀ ਸਨ, ਮਤਲਬ ਕਿ ਬਹੁਤ ਇੱਕ ਇਹੋ ਜਿਹਾ ਪਿਆਰ ਉਹਨਾਂ ਨੇ ਮਨੇ ਕਿ ਮਾਤਾ ਜੀ ਉਹਨਾਂ ਨੂੰ ਆਪਣਾ ਪੁੱਤਰ ਵਰਗਾ ਸਮਝਦੇ ਸਨ। ਇਹ ਸਮਝ ਲਓ ਗੱਲ, ਕਿਤਨਾ ਲਗਾਵ ਸੀ ਗੁਰੂ ਘਰ ਨਾਲ ਉਹਨਾਂ ਨੂੰ, ਔਰ ਇਤਨਾ ਇੱਜ਼ਤ ਤੇ ਮਾਨ ਸੀ ਗੁਰੂ ਘਰ ਵਿੱਚ ਕਿ ਜਦ ਅਗਰ ਕੋਈ ਕੱਲ ਕਹਿ ਦੇਣ ਅਗਰ ਕੋਈ ਗੱਲ, ਤੇ ਬਸ ਫਿਰ ਉੱਥੇ ਹੀ ਹੈ ਗੱਲ, ਅੱਗੇ ਕੁਛ ਨਹੀਂ ਹੋ ਰਿਹਾ। ਫਿਰ ਅਟਲ ਹੈ ਉਹਨਾਂ ਦੇ ਬਚਨ। ਇਹੋ ਜਿਹੇ ਗੁਰੂ ਘਰ ਚ ਉਹਨਾਂ ਦਾ ਮਾਨ ਸੀ, ਉਹਨਾਂ ਦਾ ਬਹੁਤ ਇੱਜ਼ਤ ਮਾਨ ਵਾਲੇ ਸਨ ਆਪ। Anybody else has to say something before I move forward? ਤੇ ਜ਼ਿੰਦਗੀਨਾਮਾ ਜਦੋਂ ਇਹ ਲਿਖੀ ਗਈ, ਜਦੋਂ ਮਹਾਰਾਜ ਨੇ ਇਹ ਗੱਲ ਸੁਣੀ ਤੇ ਮਹਾਰਾਜ ਨੇ ਹੋਰ ਇਨਕਰੇਜ ਕੀਤਾ ਉਹਨਾਂ ਨੂੰ ਹੋਰ ਪੋਇਟਰੀ ਲਿਖਣ ਵਾਸਤੇ। ਤੇ ਅੱਗੇ ਜਾ ਕੇ ਉਹਨਾਂ ਨੇ ਇੱਕ ਹੋਰ ਪੋਇਟਰੀ ਜਿਹੜੀ ਲਿਖੀ, ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ, ਉਹ ਹੈ ਗੰਜਨਾਮਾ। ਗੰਜਨਾਮਾ is also a very important part of his composition। ਗੰਜਨਾਮਾ ਦੀਆਂ ਬੜੀਆਂ ਟ੍ਰਾਂਸਲੇਸ਼ਨਸ ਹੋ ਚੁੱਕੀਆਂ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਵੀ ਕੀਤੀ ਹੋਈ ਹੈ ਗੰਜਨਾਮਾ ਦੀ ਸਟੀਕ ਲਿਖੀ ਹੈ ਉਹਨਾਂ ਨੇ, ਬੋਰਾ ਆਥਰਸ ਨੇ ਵੀ ਲਿਖੀ ਹੋਈ ਹੈ, ਬੜੀ ਵੱਡੀ ਸਟੀਕ ਲਿਖੀ ਹੋਈ ਹੈ। ਤੇ ਗੰਜਨਾਮਾ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਕੀਰਤਨ ਸੁਣਦੇ ਹੋ, ਜਿਹੜਾ ਹੱਕ ਅਗਾ ਗੁਰੂ ਗੋਬਿੰਦ ਸਿੰਘ, ਇਹ ਗੰਜਨਾਮਾ ਦੇ ਵਿੱਚੋਂ ਹੈ ਉਹ। ਪਰ ਬਹੁਤ ਇੱਕ ਇੱਜ਼ਤ ਅੰਦਰੋਂ ਗੁਰੂ ਨਾਲ ਇਤਨਾ ਪਿਆਰ ਸੀ ਉਹਨਾਂ ਦਾ, ਇਤਨਾ ਪਿਆਰ ਸੀ, ਇਤਨੀ ਇੱਜ਼ਤ ਮਾਨ ਸੀ ਕਿ ਔਰ ਇਤਨੀ ਹਿਊਮਿਲਿਟੀ ਸੀ ਅੰਦਰ ਉਹਨਾਂ ਦੇ। ਇਤਿਹਾਸ ਲਿਖਿਆ ਮਿਲਦਾ ਇੱਕ ਵਾਰੀ ਮਹਾਰਾਜ ਲੰਗਰ ਖਾ ਕੇ ਤੇ ਲੰਗਰ ਛਕਣ ਤੋਂ ਬਾਅਦ ਤੇ ਝੂਠ ਜਿਹੜਾ ਆਪਣੇ ਲੰਗਰ ਦਾ ਨਾ ਤੇ ਉਹ ਪਕਸ਼ੀਆਂ ਨੂੰ ਦਿੰਦੇ ਹੁੰਦੇ ਸਨ, ਜਾਨਵਰਾਂ ਨੂੰ, ਤੇ ਕੁੱਤੇ ਵਗੈਰਾ ਨਾਲ ਖੜੇ ਹੁੰਦੇ ਸਨ ਉੱਥੇ ਤੇ ਝੂਠ ਜਿਹੜਾ ਪਾਉਂਦੇ ਸਨ। ਤੇ ਇੱਕ ਦਿਨ ਝੂਠ ਪਾਣ ਗਏ ਤੇ ਉਸ ਕੁੱਤਿਆਂ ਦੀ ਲਾਈਨ ਚ ਭਾਈ ਨੰਦ ਲਾਲ ਖੜੇ ਹਨ। ਕਹਿੰਦੇ ਜੇ ਇਹਨਾਂ ਤੇ ਕਿਰਪਾ ਹੈ ਤੇ ਮੇਰੇ ਮੂੰਹ ਵਿੱਚ ਝੂਠ ਪਾਓ ਆਪਣਾ, ਮੈਂ ਵੀ ਤੁਹਾਡੇ ਦਰ ਦਾ ਕੁੱਤਾ ਹਾਂ, ਪਾਲਤੂ ਕੁੱਤਾ ਹਾਂ ਤੁਹਾਡਾ, ਮੇਰੇ ਮੂੰਹ ਵਿੱਚ ਆਪਣਾ ਝੂਠ ਪਾਓ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹੋ ਜੇ ਅੱਜ ਕੱਲ ਦੇਖੋ ਕੋਈ ਜ਼ਰਾ ਪੜ੍ਹਿਆ ਲਿਖਿਆ ਹੋਵੇ, 2 ਕਿਤਾਬਾਂ ਪੜ੍ਹ ਲਈ ਕੋਈ,
ਤੇ ਆਪਣੇ ਆਪ ਨੂੰ ਇਤਨਾ ਵੱਡਾ ਜਣਾਉਂਦਾ ਹੈ, ਤੇ ਇਸ ਇਤਨੀ ਨਿਮਰਤਾ ਤੇ ਗੱਲ ਹੀ ਛੋੜ ਦਿਓ। ਆਪਣੇ ਆਪ ਨੂੰ 4 ਸਟੀਕ ਪੜ੍ਹ ਲਏ ਹੋਣ ਤੇ ਆਪਣੇ ਆਪ ਨੂੰ ਪਤਾ ਨਹੀਂ ਕੀ ਕਹਿੰਦਾ ਕੋਈ ਗੱਲ। ਇਤਿਹਾਸ ਗੱਲ ਲਿਖੀ ਆਂਦੀ ਹੈ ਕਿ ਕੁੱਕਰ ਬਣ ਕੇ ਖੜਾ ਹਾਂ ਮੈਂ ਤੇਰੇ ਸਾਹਮਣੇ, ਮੈਨੂੰ ਆਪਣਾ ਕੁੱਤਾ ਸਮਝ, ਤੇ ਮੈਨੂੰ ਕੁੱਤਾ ਸਮਝ ਕੇ ਝੂਠ ਮੇਰੇ ਮੂੰਹ ਵਿੱਚ ਪਾ। ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤੇਰੇ ਦਰ ਦਾ ਕੁੱਤਾ ਹਾਂ। ਤੇ ਮੈਂ ਤੁਹਾਨੂੰ ਮੈਂ ਉਹਨਾਂ ਦੀ ਗੰਜਨਾਮਾ ਵਿੱਚੋਂ ਮੈਂ ਪੜ੍ਹ ਕੇ ਸੁਣਾਉਣਾ ਹਾਂ। ਗੰਜਨਾਮਾ ਵਿੱਚੋਂ ਕਿਤਨਾ ਇੱਜ਼ਤ ਮਾਨ ਗੁਰੂ ਸਾਹਿਬ ਦਾ ਕਰਦੇ ਸਨ। ਕਹਿੰਦੇ ਹਨ, ਬਰਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ। ਆਲਮ ਕਹਿੰਦੇ ਹਨ ਜਹਾਨ ਨੂੰ, ਬਰਦੋ ਆਲਮ ਦਸਤ, ਦੋਹਾਂ ਜਹਾਨਾਂ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਰ ਦਾ ਹੱਥ ਹੈ। ਦੋਨੋਂ ਜਹਾਨ ਉਹਨਾਂ ਦੀ ਹੱਥ ਨੂੰ ਮੰਨਦੇ ਹਨ, ਉਹਨਾਂ ਦੀ ਮਿਹਰ ਦੋਨੋਂ ਜਹਾਨਾਂ ਵਿੱਚ ਹੈ। ਤੇ ਜ਼ੁਲਮਾ ਉਲਵੀ ਪਸਤ ਗੁਰੂ ਗੋਬਿੰਦ ਸਿੰਘ, ਸਾਰੇ ਫਰਿਸ਼ਤੇ ਅਤੇ ਦੇਵਤੇ ਉਹਨਾਂ ਤੋਂ ਮਿਹਰ ਲੈਂਦੇ ਹਨ। ਤੇ ਅੱਗੇ ਜਾ ਕੇ ਉਹਨਾਂ ਦੀ ਹਿਊਮਿਲਿਟੀ ਦੀ ਹੱਦ ਤੋਂ ਜ਼ਿਆਦਾ ਹਿਊਮਿਲਿਟੀ ਬਾਹਰ ਆ ਜਾਂਦੀ ਹੈ। ਕਹਿੰਦੇ ਹਨ, ਲਾਇਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ। ਸਗ ਕੁੱਤੇ ਨੂੰ ਕਹਿੰਦੇ ਹਨ ਫਾਰਸੀ ਵਿੱਚ। ਲਾਇਲ ਸਗੇ ਗੁਲਾਮ, ਮੈਂ ਤੁਹਾਡਾ ਪਾਲਤੂ ਕੁੱਤਾ ਹਾਂ, ਕੁੱਕਰ ਹਾਂ ਤੁਹਾਡਾ। ਮੈਂ ਨੰਦ ਲਾਲ ਤੁਹਾਡੇ ਸਾਹਮਣੇ ਖੜਾ ਹਾਂ। ਲਾਲ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਇੱਕ ਗੁਲਾਮੀ ਕੁੱਕਰ ਹੈ, ਗੁਲਾਮੀ ਕੁੱਤਾ ਹੈ। ਦਰਗਾਰ ਨਾਮ ਗੁਰੂ ਗੋਬਿੰਦ ਸਿੰਘ, ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਦਾਗ ਵਾਲਾ ਹੈ। ਮੈਨੂੰ ਆਪਣਾ ਜਿਹੜਾ ਕਾਲਰ ਜਿਹੜਾ ਹੈ ਤੁਹਾਡਾ, ਇਹ ਤੁਹਾਡੇ ਨਾਮ ਦਾ ਕਾਲਰ, ਪਾਲਤੂ ਕਾਲਰ ਜਿਹੜਾ ਹੈ, ਮੇਰੇ ਤੁਹਾਡੇ ਨਾਮ ਦਾ ਕਾਲਰ ਇਸ ਕੁੱਤੇ ਵਿੱਚ ਉੱਤੇ ਪਿਆ ਹੋਇਆ ਹੈ। ਇਸ ਕੁੱਤੇ ਨੂੰ ਬਖਸ਼ੋ ਤੁਸੀਂ, ਇਸ ਸਗ ਨੂੰ ਕਬੂਲ ਕਰੋ। ਤੇ ਅੱਗੇ ਜਾ ਕੇ ਸੋਚਿਆ ਨਹੀਂ ਕਿ ਕਿਧਰੇ ਮੈਂ ਜ਼ਿਆਦਾ ਵੱਡੀ ਗਲਤ ਨਹੀਂ ਕਰਦੀ। ਮੈਂ ਵੀ ਮਹਾਰਾਜ ਦੇ ਕੁੱਤੇ ਬਣਨ ਤੇ ਕਾਬਲ ਨਾ ਹੋਵਾਂ, ਕਿਧਰੇ ਉਹਨਾਂ ਦਾ ਪਾਲਤੂ ਕੁੱਤੇ ਬਣਨ ਦੇ ਕਾਬਲ ਨਾ ਹੋਵਾਂ, ਕਿ ਪਤਾ ਇਹ ਮੈਂ ਜ਼ਿਆਦਾ ਵੱਡੀ ਗਲਤ ਨਹੀਂ ਮੂੰਹੋਂ ਕੱਢ ਗਿਆ ਕਿਧਰੇ ਵੱਡੀ। ਤੇ ਆਪਣੇ ਆਪ ਤੇ ਨੈਕਸਟ ਲਾਈਨ ਚ ਆਪਣੇ ਨੂੰ ਰਿਟਰੈਕਟ ਕਰ ਲੈਂਦੇ ਹਨ। ਕਮ ਤਰੀ ਜੇ ਸਗਾਨ ਗੁਰੂ ਗੋਬਿੰਦ ਸਿੰਘ, ਉਹ ਗੁਰੂ ਗੋਬਿੰਦ ਸਿੰਘ ਨੇ, ਮੈਂ ਤੁਹਾਡੇ ਕੁੱਤਿਆਂ ਤੋਂ ਵੀ ਨੀਚ ਹਾਂ, ਕੁੱਤਾ ਵੀ ਨਹੀਂ ਹੈ ਤੁਹਾਡਾ, ਮੈਂ ਉਸ ਤੋਂ ਵੀ ਨੀਵਾਂ ਥੱਲੇ। ਹੇ ਮਹਾਰਾਜ, ਮੈਨੂੰ ਆਪਣੇ ਚਰਨਾਂ ਵਿੱਚ ਆਪਣੇ ਥਾਂ ਦਿਓ। ਕਮ ਤਰੀ, ਮੈਨੇ ਹੋਰ ਘੱਟ ਹਾਂ। ਕਮ ਤਰੀ ਜੇ ਸਗਾਨ, ਸਗ ਕੁੱਤੇ ਨੂੰ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਰੇਜ਼ਾ ਚੀਨ ਖਾਨ ਗੁਰੂ ਗੋਬਿੰਦ ਸਿੰਘ, ਉਹ ਗੁਰੂ ਗੋਬਿੰਦ ਸਿੰਘ ਦੇ ਰੇਜ਼ਾ ਤੁਹਾਡੀ, ਮੈਂ ਚਰਨ ਦੀ ਧੂਲ ਚੁੱਗਣ, ਜਿੱਥੇ ਤੁਸੀਂ ਜਾਂਦੇ ਹੋ ਤੇ ਤੂੰ ਗਿਰਦਾ ਹੈ ਕੁਝ ਤੁਹਾਡੇ ਤੇ, ਮੈਂ ਉਹ ਚੁੱਗਣ, ਮੈਂ ਜ਼ਮੀਨ ਤੋਂ ਚੁੱਕ ਕੇ ਖਾਣ ਵਾਲਾ, ਤੁਹਾਡੇ ਪਿੱਛੇ ਚੱਲਣ ਵਾਲਾ ਹਾਂ। ਭਾਈ ਨੰਦ ਲਾਲ ਸਾਇਲ ਅਜ ਇਨਾਮ ਗੁਰੂ ਗੋਬਿੰਦ ਸਿੰਘ, ਤੇ ਖਾਕ ਪਾਕ ਅਕਦਾਪ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਪਵਿੱਤਰ ਧੂੜੀ ਦੀ ਬਖਸ਼ਿਸ਼ ਦਾ ਜਾਜਕ ਹਾਂ ਭਾਈ ਨੰਦ ਲਾਲ। ਤੁਹਾਡੀ ਚਰਨਾਂ ਦੀ ਧੂੜ ਦਾ ਜਾਚਕ ਹਾਂ, ਤੁਹਾਡੇ ਚਰਨਾਂ ਦੀ ਧੂੜ ਮੰਗਦਾ ਹਾਂ ਭਾਈ ਨੰਦ ਲਾਲ। ਬਾਦ ਜਾਨਸ ਫਿਗਾਏ ਗੁਰੂ ਗੋਬਿੰਦ ਸਿੰਘ, ਫਿਕਰ ਉਹ ਬਰ ਪਾਏ ਗੁਰੂ ਗੋਬਿੰਦ ਸਿੰਘ। ਇਸ ਨੰਦ ਲਾਲ ਦਾ ਦਾਨ, ਇਸ ਨੰਦ ਲਾਲ ਦੀ ਜਾਨ ਗੁਰੂ ਗੋਬਿੰਦ ਸਿੰਘ ਨੂੰ ਹਮੇਸ਼ਾ ਕੁਰਬਾਨ ਹੋ ਜਾਵੇ। ਉਸ ਦਾ ਸੀਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਹਮੇਸ਼ਾ ਟਿਕਿਆ ਰਹੇ। ਮੇਰਾ ਸਰੀਰ ਤੁਹਾਡੇ ਚਰਨਾਂ ਤੇ ਹਮੇਸ਼ਾ ਟਿਕਿਆ ਰਹੇ। ਮੇਰੀ ਤਿੰਨੋਂ ਜਹਾਨ ਦੇ ਮਾਲਕ ਤੁਸੀਂ ਬਣੋ, ਮੈਨੂੰ ਆਪਣੇ ਦਰ ਦਾ ਕੁੱਤਾ ਬਣਾਓ। ਇਹੋ ਜਿਹੇ ਵੱਡੇ ਸ਼ਖਸੀਅਤ, ਇਹੋ ਜਿਹੇ ਵੱਡੇ ਹਿਊਮਿਲਿਟੀ ਦੇ ਮਾਲਕ ਆਪ, ਇਹੋ ਜਿਹੇ ਵੱਡੇ ਪੂਰਨ ਸਤ ਤੇ ਬ੍ਰਹਮ ਗਿਆਨੀ, ਇਹੋ ਜਿਹੇ ਬੰਦਿਆਂ ਦੀ ਉੱਥੇ ਅਨੰਦਪੁਰ ਸਾਹਿਬ ਕਿਆ ਰੌਣਕ ਉਸ ਵੇਲੇ ਹੋਣੀ ਹੈ, ਜਦੋਂ ਭਾਈ ਮਣੀ ਸਿੰਘ ਹੋਰੀ ਆਪ ਵੀ ਉੱਥੇ ਹੋਣੇ ਨੇ ਉਸ ਟਾਈਮ ਵਿੱਚ। ਤੇ ਨਾਲ ਭਾਈ ਨੰਦ ਲਾਲ ਵਰਗੇ ਜਿਹੜੇ 52 ਕਵੀਆਂ ਚੋਂ ਇੱਕ ਕਵੀ ਸਨ, ਉਹਨਾਂ ਦੇ ਨਾਲ ਉਸ ਵੇਲੇ ਜਦੋਂ ਕਿਆ ਰਾਜ ਦਰਬਾਰ ਤੇ ਕਿਆ ਠਾਠ ਬਾਠ ਹੋਣੀ ਹੈ ਉਸ ਵੇਲੇ। ਜੇ ਇਹੋ ਜਿਹੇ ਇਤਨੇ ਵੱਡੇ ਫਾਜ਼ਲ, ਇਤਨੇ ਵੱਡੇ ਪੜ੍ਹੇ ਲਿਖੇ, ਇਤਨੇ ਲਾਇਕ ਬੰਦੇ ਜਿਹੜੇ ਹਿੰਦੁਸਤਾਨ ਦੇ ਮੀਰ ਮੁਨਸ਼ੀ ਸਨ ਜਿਹੜੇ, ਤੇ ਇਹੋ ਜਿਹੀਆਂ ਗੱਲਾਂ ਆਪਣੇ ਮੂੰਹੋਂ ਕੱਢ ਕੇ ਆਪਣੇ ਗੁਰੂ ਦੇ ਦਰ ਦੇ ਕੁੱਤਾ ਮੰਨਣ ਵਾਲੇ ਨੂੰ, ਉਸ ਭਾਈ ਨੰਦ ਲਾਲ ਨੂੰ ਮੈਂ ਆਪਣੇ ਤੇ ਉਹਨਾਂ ਨੂੰ ਯਾਦ ਕਰਦਾ ਹਾਂ ਮੈਂ ਰੋਜ਼, ਕਿਉਂਕਿ ਸੱਚੀ ਉਹਨਾਂ ਵਰਗਾ ਗੁਰਸਿੱਖ, ਉਹਨਾਂ ਵਰਗਾ ਗੁਰੂ ਨੂੰ ਪਛਾਣਨ ਵਾਲੇ ਬਹੁਤ ਘੱਟ ਦੁਨੀਆ 'ਚ ਪੈਦਾ ਹੋਏ ਹਨ। ਤੇ I'll wait for a few seconds if anybody has any comments ਉਹਨਾਂ ਦੀ ਜੋ ਮੈਂ ਪੜ੍ਹਿਆ ਹੈ ਉਹਨਾਂ ਦੀ ਗੰਜਨਾਮਾ ਵਿੱਚੋਂ। ਅਫਸੋਸ ਦੀ ਗੱਲ ਇਹ ਹੈ ਕਿ ਦਿਲ ਮੇਰਾ ਕੰਬਦਾ ਹੈ ਕਹਿੰਦਿਆਂ ਹੈ ਕਿ ਹੁਣ
कि हुण उन्हां दीयां स्टीकां भी घट गईयां हन, पढ़नियां मिलदियां भी नहीं बिकॉज लोग पढ़दे नहीं. I don't know how many people sitting here have read even few lines of his compositions, you know. ਪੜ੍ਹਦੇ ਅਸੀਂ ਘਾਟਾਂ ਨਹੀਂ ਜਾਣੂ ਕਰਾਂਗੇ ਉਹਨਾਂ ਨਾਲ ਤੇ ਕਿਸ ਤਰ੍ਹਾਂ ਤੁਸੀਂ ਜਾਣੂ ਹੋਵੋਗੇ. ਤੁਸੀਂ ਮੇਰੀ ਸਟਰੋਂਗ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਉਹਨਾਂ ਦੀ ਬਾਣੀ, ਉਹਨਾਂ ਦੇ ਕਲਾਮ ਨੂੰ ਪੜ੍ਹਨਾ ਹੈ ਤੁਸੀਂ ਆਪ. ਤੇ ਸੁਰਿੰਦਰ ਦੀ ਵੇਟ ਨਹੀਂ ਕਰਨੀ ਕਿ ਮੈਂ ਜੇ ਪੜ੍ਹ ਕੇ ਸੁਣਾਵਾਂਗਾ 4 ਲਾਈਨਾਂ. ਮੈਂ ਉਹ ਸਾਰੀਆਂ ਲਾਈਨਾਂ ਨੇ ਮੈਂ ਚੁਣੀਆਂ ਹਨ, ਖਾਸ ਕੁਝ ਜੋ ਮੈਨੂੰ ਚੰਗੀਆਂ ਮੈਂ ਉਹ ਚੁਣ ਕੇ ਤੁਹਾਨੂੰ ਸੁਣਾਈਆਂ ਹਨ. ਸਾਰੀਆਂ ਸੁਣਾਉਣ ਲੱਗਾ ਤੇ ਫਿਰ ਅਗਲੇ 6 ਮਹੀਨੇ ਲੱਗਣਗੇ, you know. So I'll wait for a few seconds and see if anybody has any questions. Otherwise, I'll continue with his life. Anji. ਵੀਰ ਜੀ ਹੈਗੇ ਨੇ ਇੱਥੇ ਜਿਹੜੇ ਕਿ ਬੜੇ ਬੜੇ ਪਿਆਰ ਦੇ ਨਾਲ ਫਾਰਸੀ ਦੇ ਵਿੱਚ ਪੜ੍ਹ ਕੇ ਸੁਣਾਉਂਦੇ ਨੇ. I will send you a recording. Very good. ਜਿਹੜੇ ਕਿ ਉਹਨਾਂ ਨੇ ਫਾਰਸੀ ਦੇ ਵਿੱਚ ਪੜ੍ਹ ਕੇ ਪੋਇਮ ਸੁਣਾਈ ਹੈ ਤੇ ਫਿਰ ਉਹਨਾਂ ਦੀ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ. ਐਕਚੁਅਲੀ ਮਾਈ ਫਾਦਰ ਹੈਜ਼ ਆਲਸੋ ਡਨ ਉਹਨਾਂ ਦੀ ਫਾਰਸੀ ਦੀ ਪੰਜਾਬੀ ਦੀ ਪੋਇਮ ਦੇ ਵਿੱਚ ਟ੍ਰਾਂਸਲੇਸ਼ਨ. ਵੈਰੀ ਗੁੱਡ. ਤੁਸੀਂ ਕਹੋਗੇ ਤਾਂ ਤੁਹਾਨੂੰ ਜਿਹੜੀਆਂ ਭਾਈ ਧਰਮ ਸਿੰਘ ਜ਼ਖਮੀ ਵੀ ਕਰਦੇ ਹੁੰਦੇ ਸਨ ਪੋਇਟਰੀ ਵਿੱਚ. ਹਾਂ, ਉਹ ਵੀ ਪਰ ਕੀਰਤਨ ਦੇ ਵਿੱਚ ਵੀ ਪਹਿਲੇ ਫਾਰਸੀ ਚ ਪੜ੍ਹਨਾ ਉਹਨਾਂ ਨੇ. ਹਾਂਜੀ, ਫਾਰਸੀ ਵਿੱਚ ਪੜ੍ਹ ਕੇ ਉਸ ਤੋਂ ਬਾਅਦ ਫਿਰ ਪੰਜਾਬੀ ਤੇ ਕਵਿਤਾ ਵਿੱਚ ਉਹਨਾਂ ਨੇ ਟ੍ਰਾਂਸਲੇਟ ਕਰਕੇ. ਇਹ ਪੁਰਾਣੀ ਰਵਾਇਤ ਸੀ ਉਸ ਵੇਲੇ ਕਿਉਂਕਿ ਸਿੱਖ ਸੰਗਤਾਂ ਜਾਣੂ ਨਹੀਂ ਸਨ ਫਾਰਸੀ ਤੋਂ ਤੇ ਇਹ ਬਹੁਤ ਕਾਮਨ ਫਿਨੋਮੀਨਾ ਹੁੰਦਾ ਸੀ ਉਸ ਵੇਲੇ ਕਿ ਭਾਈ ਸਾਹਿਬ ਜੀ ਦੀ ਬਾਣੀ ਪਹਿਲੇ ਗਾਣੀ, ਗਾਣ ਤੋਂ ਬਾਅਦ ਉਹਦੀ ਤਰਜਮਾ ਜਿਹੜਾ ਉਹਦੀ ਟ੍ਰਾਂਸਲੇਸ਼ਨ ਜਿਹੜੀ ਹੈ ਉਹ ਕਵਿਤਾ ਵਿੱਚ ਕਰਕੇ, ਪੰਜਾਬੀ ਤੇ ਕਵਿਤਾ ਚ ਕਰਕੇ. ਤੇ ਹੁਣ ਮਿਹਨਤ ਕੌਣ ਕਰੇ? ਨਹੀਂ ਨਾ, ਹੁਣ ਮਿਹਨਤ ਕਰਨ ਨੂੰ ਕੋਈ ਤਿਆਰ ਨਹੀਂ ਹੈ ਕੋਈ. ਹੁਣ ਇਹ ਬੜਾ ਮਿਹਨਤ ਵਾਲਾ ਕੰਮ ਹੈ ਬੜਾ. ਈਵਨ ਖੋਜ ਕਰਨਾ ਹੈ, ਸਭ ਕੱਢਣਾ ਦੱਸਣਾ ਹੈ. ਮੈਨੂੰ ਕੌਣ ਕਰੇ? ਹੁਣ ਕੌਣ ਰਪੜਾ ਕਰੇ? ਸਾਰੇ everybody wants an easy way out, you know. ਉਹੀ 8-10 ਸ਼ਬਦ ਸਿੱਖੇ ਹੁੰਦੇ ਹਨ, 2 ਮਰਨ ਦੇ ਟਾਈਮ ਦੇ, 2 ਜੀਣ ਦੇ ਟਾਈਮ ਤੇ, 2 ਵਿਆਹ ਦੇ ਟਾਈਮ ਦੇ. ਸੋ ਇਹ ਸਾਡੀ ਬਦਕਿਸਮਤੀ ਹੈ, you know. ਮਿਹਨਤੀ ਨਹੀਂ ਆ ਜੀ. Anybody else has any things to add ਜੀ ਉਹਨਾਂ ਦੀ ਲਾਈਫ ਉੱਤੇ? Before I continue, I'm still not done. I'm not done with it. ਹਾਂਜੀ ਸੁਰਿੰਦਰ ਜੀ, ਸਾਡੀ ਆਪਣੀ ਕਲਾਸ ਦੇ ਅੰਦਰ, like we are at the moment, we have Lamba Sahib there. He also is very well versed with Farsi and Persian. And yes, I mean he's attending your class. Very good. Yeah, meri Farsi. You know him also. Yeah. नहीं, और मैं पहले ही मैं माफी मांग ली थी कि मेरी मैं उर्दू सीखी हुई है. I can read and write Urdu and बचपन सीखी सी मैं, so I am familiar with the script. So when I read Bhai Sahib's work, I can read it in the script though, but my pronunciation I'm not 100% sure कि बिल्कुल crisp और correct है कि नहीं है. I wish I had learned this language. I did not. Maybe Guru will give, maybe hun sikhana da man bhi hai, maybe now is a good time to learn again, you know. But just to let you know one more thing though, mere kahi Iranian clients, kahi friend bhi hain ek do, te unna nal main salah ਕੀਤੀ तो ਕਹਿਣ ਲੱਗੇ ਕਿ ਇਹ ਜਿਹੜੀ ਫਾਰਸੀ ਹੈ ਜਿਹੜੀ ਭਾਈ ਨੰਦ ਲਾਲ ਜੀ ਦੀ, ਇਹ ਫਾਰਸੀ ਹੁਣ ਆਮ ਜ਼ਬਾਨ ਚ ਬੋਲੀ ਨਹੀਂ ਜਾਂਦੀ. ਇਹ ਲਿਟਰਰੀ ਪੁਰਾਣੀ ਫਾਰਸੀ ਹੈ, you know. ਜਿਹੜੀ ਫਾਰਸੀ ਬੋਲਦੇ ਹਨ ਈਰਾਨ ਵਿੱਚ, ਉਹ ਬੜੀ ਡਿਫਰੈਂਟ ਹੈ ਇਹਦੇ ਨਾਲੋਂ. I just want to ਇਹ ਵੀ ਦਾ, ਕਿਉਂਕਿ 300 ਸਾਲ ਪੁਰਾਣਾ ਕੰਮ ਹੋ ਗਿਆ ਨਾ, 350 ਸਾਲ ਹੋ ਗਏ ਨੇ ਇਸ ਗੱਲ ਨੂੰ. ਨਾਲੇ ਲਿਟਰਰੀ ਲੈਂਗੁਏਜ ਹੈ ਔਰ ਉਹਦੇ ਉੱਤੇ you know ਪੁਰਾਣੀ ਵੀ ਹੈ. ਜਿਸ ਤਰ੍ਹਾਂ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਪੰਜਾਬੀ ਵਿੱਚ ਜਿਹੜੀਆਂ ਰਚਨਾਵਾਂ ਜਿਹੜੀਆਂ ਹਨ ਉਹਨਾਂ ਦੀਆਂ, ਆਮ ਜੇ ਪੜ੍ਹ ਕੇ ਸੁਣਾਵਾਂ ਸ਼ਬਦ ਤੇ ਕਈ ਵਾਰੀ ਨਹੀਂ ਸਮਝ ਆਉਂਦੇ, ਕਈ ਇਹੋ ਜਿਹੇ ਵਰਡ ਆ ਜਾਂਦੇ ਹਨ ਕਿਉਂਕਿ ਲੈਂਗੁਏਜਸ ਇਵੋਲਵ ਹੁੰਦੀਆਂ ਹਨ. ਹਰ ਲੈਂਗੁਏਜ ਇਵੋਲਵ ਹੁੰਦੀ ਹੈ ਤੇ ਫਾਰਸੀ ਵੀ ਇਵੋਲਵ ਹੋ ਗਈ ਹੈ. So it's not as simple though, because you can just sign up for a course in Farsi and learn it, and then you will be able to understand everything. I was told that's not the case. I could be wrong, but that's what I was told though. No, I agree with you, Vijay. My husband is from Iran, so he speaks Persian, or my mother-in-law. So it's very, very different, you know, they can't understand. But those Purane Irani again, they can still understand some of it. But jo Sikhs also they again, you know, they don't understand even Safarnama, you know, they they find it very difficult. That makes sense. That's what I was told. So yeah, so I'm going to continue. I have still about 7-8 minutes left, though I have to end the class today by the latest by 9:50 or so. ਤੇ ਉਸ ਤੋਂ ਬਾਅਦ ਜਦੋਂ ਟਾਈਮ ਉੱਥੇ ਰਹੇ, ਫਿਰ ਲੰਗਰ ਦੀ ਸੇਵਾ ਕਰਦੇ ਹਨ ਤੇ ਬੜੀ ਵਾਰੀ ਮਹਾਰਾਜ ਇੱਕ ਇਨਸੀਡੈਂਟ ਲਿਖਿਆ ਸੂਰਜ ਪ੍ਰਕਾਸ਼ ਵਿੱਚ ਕਿ ਮਹਾਰਾਜ ਬੜੀ ਵਾਰੀ ਟੈਸਟ ਕਰਨ ਜਾਂਦੇ ਸਨ ਕਿ ਲੰਗਰ ਦੀ
ਲੰਗਰ ਦਾ ਪ੍ਰਬੰਧ ਗੁਰਦੁਆਰਿਆਂ 'ਚ ਕਿਸ ਤਰ੍ਹਾਂ ਹੈ, ਜਾ ਕੇ ਭੇਸ ਬਦਲ ਕੇ ਚਲੇ ਜਾਣਾ, ਲੰਗਰ ਮੰਗ ਲੈਣਾ। ਤੇ ਇੱਕ ਇਨਸੀਡੈਂਟ ਲਿਖਿਆ ਹੋਇਆ ਕਿ ਕਈ ਜਗ੍ਹਾ ਲੰਗਰ ਲੈਣ ਗਏ ਤੇ ਲੰਗਰ ਵਾਲੇ ਨੇ ਠੀਕ ਤਰ੍ਹਾਂ ਟ੍ਰੀਟ ਨਹੀਂ ਕੀਤਾ, ਜਾਂ ਕਹਿਣਗੇ ਲੰਗਰ ਤਿਆਰ ਨਹੀਂ ਹੈ। ਤੇ ਜਿੱਥੇ ਇਹਨਾਂ ਦੀ ਨਿਗਰਾਨੀ ਜਿਹੜੇ ਲੰਗਰ ਚੱਲਦੇ ਸਨ, ਉਹ ਲੰਗਰ ਦਾ ਜਿਹੜਾ ਸਿਸਟਮ ਸੀ ਬੜਾ ਸੁਚੱਜਾ ਸੀ। ਬੜੀਆਂ ਸਿਫਤਾਂ ਲਿਖੀਆਂ ਹਨ ਭਾਈ ਸਾਹਿਬ ਜੀ ਬਾਰੇ। ਤੇ ਮਹਾਰਾਜ ਕੋਲ ਰਹੇ ਕਾਫੀ ਦੇਰ, ਕਿਤਨੀ ਦੇਰ ਰਹੇ ਐਗਜ਼ੈਕਟਲੀ ਕਹਿਣਾ ਮੁਸ਼ਕਿਲ ਹੈ। ਇਤਿਹਾਸਕਾਰਾਂ ਦੇ ਡਿਫਰੈਂਟ ਸਜੈਸ਼ਨਸ ਹਨ, ਕਈਆਂ ਨੇ 10 ਸਾਲ ਲਿਖੇ ਹਨ, ਕਈਆਂ ਨੇ 8 ਲਿਖੇ ਹਨ। ਬਹੁਤ ਕਹਿਣਾ ਮੁਸ਼ਕਿਲ ਹੈ ਐਗਜ਼ੈਕਟਲੀ ਕਿਤਨੀ ਦੇਰ ਅਨੰਦਪੁਰ ਸਾਹਿਬ ਰਹੇ। ਪਰ ਇਹ ਜ਼ਰੂਰ ਹੈ ਕਿ ਕਿਲਾ ਛੋੜਨ ਤੋਂ ਪਹਿਲੇ ਉਹਨਾਂ ਨੂੰ ਹੁਕਮ ਹੋ ਗਿਆ ਕਿ ਇੱਕ ਤੇ ਇਹਨਾਂ ਨੇ ਕਿਹਾ ਕਿ ਸ਼ਸਤਰ ਧਾਰੀ ਨਹੀਂ ਤੁਸੀਂ ਇੰਜ ਹੀ ਰਹਿਣਾ ਹੈ ਜਿਸ ਤਰ੍ਹਾਂ ਤੁਸੀਂ ਹੋ। ਹਾਂਜੀ, ਸ਼ਸਤਰਾਂ ਦਾ ਤੁਸੀਂ ਨਹੀਂ ਕਰਨਾ ਖਿਆਲ। ਤੇ ਇਹਨਾਂ ਨੂੰ ਫਿਰ ਵਿਚਕਾਰ ਜੇ ਇੱਕ ਹੋਰ ਇਨਸੀਡੈਂਟ ਵੀ ਲਿਖਿਆ ਹੋਇਆ ਹੈ ਕਿ ਹਰਕਾਰੇ ਆਏ ਅਨੰਦਪੁਰ ਸਾਹਿਬ ਤੇ ਮਹਾਰਾਜ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਫੈਮਿਲੀ ਮੁਲਤਾਨ ਵਿੱਚ ਹੈ। ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਨੇ ਕਿਹਾ ਕਿ ਜੇ ਕਹੋ ਤੇ ਹੁੰਡੀ ਕਰਕੇ ਪੈਸੇ ਭਿਜਵਾ ਦਈਏ ਤੁਹਾਡੇ ਘਰ, ਤੁਸੀਂ ਆਪ ਘਰ ਚਲੇ ਜਾਓ। ਤੇ ਇਹਨਾਂ ਨੇ ਕਿਹਾ ਨਹੀਂ, ਅਸੀਂ ਬੜੇ ਖਾਨਦਾਨੀ ਆ, ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ, ਪੈਸੇ ਸਾਡੇ ਕੋਲ ਹਨ ਬੜੇ, ਉਹਨਾਂ ਕੋਲ ਖਾਣ ਪੀਣ ਦੀ ਕੋਈ ਇਹੋ ਜਿਹੀ ਗੱਲ ਨਹੀਂ ਹੈ। ਮਹਾਰਾਜ ਨੇ ਇਹ ਵੀ ਕਿਹਾ ਕਿ ਤੁਸੀਂ ਚਲੇ ਜਾਓ ਵਾਪਸ ਮੁਲਤਾਨ, ਉੱਥੇ ਜਾ ਕੇ ਕੌਮ ਦੀ ਸੇਵਾ ਕਰੋ। ਕਹਿੰਦੇ ਨਹੀਂ, ਮੈਂ ਹਾਲੇ ਇੱਥੇ ਹੀ ਰਹਾਂਗਾ ਜਦ ਤੱਕ ਮੈਂ ਰਹਿ ਸਕਦਾ ਹਾਂ। ਲੇਕਿਨ ਅਨੰਦਪੁਰ ਸਾਹਿਬ ਦੇ ਕਿਲਾ ਛੋੜਨ ਤੋਂ ਪਹਿਲੇ ਭਾਈ ਨੰਦ ਲਾਲ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਅਨੰਦਪੁਰ ਸਾਹਿਬ ਛੋੜ ਕੇ ਚਲੇ ਜਾਓ ਇੱਥੋਂ, ਤੁਸੀਂ ਨਹੀਂ ਆਉਣਾ ਸਾਡੇ ਨਾਲ, ਤੁਹਾਡੀ ਕੌਮ ਨੂੰ ਹੋਰ ਲੋੜ ਹੈ, ਤੁਹਾਡੀ ਜ਼ਿੰਦਗੀ ਹੋਰ ਕਿਸਮ ਦੀ ਹੈ। ਬੜੇ ਸੌਫਟ ਸਨ ਆਪ। ਕਿਲਾ ਛੋੜ ਕੇ ਵਾਪਸ ਮੁਲਤਾਨ ਆ ਗਏ। ਮਹਾਰਾਜ ਨੇ ਕਿਲਾ ਛੋੜ ਦਿੱਤਾ, ਪਤਾ ਲੱਗਿਆ ਉਹਨਾਂ ਨੂੰ ਕਿਲਾ ਛੋੜਿਆ ਹੈ। ਜਦੋਂ ਮਹਾਰਾਜ ਖਿਦਰਾਣੇ ਦੀ ਜੰਗ ਤੋਂ ਬਾਅਦ ਜਦੋਂ ਵਾਪਸ ਸਾਬੋ ਕੀ ਤਲਵੰਡੀ ਪਹੁੰਚ ਕੇ ਜਦੋਂ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਜਿਹੜੀ ਹੈ ਸੈਕਿੰਡ ਲਿਖਵਾਉਂਦੇ ਹਨ, ਤੇ ਪਤਾ ਲੱਗਦਾ ਹੈ ਉਸ ਵੇਲੇ ਦੁਬਾਰਾ ਨੌਕਰੀ ਦੀ ਤਲਾਸ਼ ਵਿੱਚ, ਕਿਉਂਕਿ ਕਿਰਤ ਕਰਨੀ ਹੈ, ਕਿਰਤ ਇੰਪੋਰਟੈਂਟ ਹੈ ਬੜੀ, ਤੇ ਕਿਰਤ ਦੀ ਤਲਾਸ਼ ਵਿੱਚ ਸੁਨੇਹਾ ਜਾਂਦਾ ਹੈ ਭਾਈ ਨੰਦ ਲਾਲ ਜੀ ਨੂੰ ਕਿ ਔਰੰਗਜ਼ੇਬ ਦੀ ਡੈਥ ਹੋ ਚੁੱਕੀ ਹੈ। ਤੇ ਬਹਾਦਰ ਸ਼ਾਹ ਦਾ ਸੁਨੇਹਾ ਜਾਂਦਾ ਹੈ, ਹੁਣ ਤੁਹਾਨੂੰ ਕਿਸੇ ਗੱਲ ਦਾ ਫਿਕਰ ਨਹੀਂ ਹੈ, ਮੇਰੇ ਪਿਤਾ ਚਲੇ ਗਏ ਹਨ, ਤਾਂ ਅਗਲਾ ਹਿੰਦੁਸਤਾਨ ਦਾ ਬਾਦਸ਼ਾਹ ਮੈਂ ਹੀ ਪ੍ਰੋਬਬਲੀ ਬਣਨਾ ਹੈ, ਕਿ ਤੁਸੀਂ ਆਪਣੀ ਮੀਰ ਮੁੰਸ਼ੀ ਦੀ ਪੋਸਟ ਵਾਪਸ ਸੰਭਾਲੋ ਆ ਕੇ, ਜਿਹੜੀ ਤੁਸੀਂ ਖਾਲੀ ਛੋੜ ਕੇ ਗਏ ਸੀ, ਤੁਹਾਨੂੰ ਉਸੇ ਇੱਜ਼ਤ ਮਾਨ ਨਾਲ ਉਹ ਪੋਸਟ ਵਾਪਸ ਦਿੱਤੀ ਜਾਏਗੀ। ਭਾਈ ਨੰਦ ਲਾਲ ਉਸ ਨੌਕਰੀ ਨੂੰ ਸਵੀਕਾਰ ਕਰਦੇ ਹਨ ਤੇ ਮੁਲਤਾਨੋਂ ਵਾਪਸ ਚੱਲ ਕੇ ਆਗਰੇ ਆਉਂਦੇ ਹਨ। ਜਦੋਂ ਆਗਰੇ ਪੁੱਜਦੇ ਹਨ ਤੇ ਪਤਾ ਲੱਗਦਾ ਹੈ ਕਿ ਮਹਾਰਾਜ ਵੀ ਦਿੱਲੀ ਆਏ ਹੋਏ ਹਨ, ਕਿਉਂਕਿ ਜਦੋਂ ਮੈਂ ਲਾਸਟ ਟਾਈਮ ਵੀ ਕਿਹਾ ਸੀ ਕਿ ਜਦੋਂ ਨਿਕਲੇ ਹਨ ਦੱਖਣ ਦੀ ਤਰਫ ਸਾਬੋ ਕੀ ਤਲਵੰਡੀ ਤੋਂ, ਜਦੋਂ ਭਗੌੜ ਪਹੁੰਚੇ ਹਨ, ਜਿਹੜੇ ਰਾਜਸਥਾਨ ਵਿੱਚ ਇੱਕ ਛੋਟਾ ਸ਼ਹਿਰ ਹੈ, ਤੇ ਭਗੌੜ ਪਹੁੰਚਦੇ ਹਨ ਤੇ ਉੱਥੇ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਦੀ ਡੈਥ ਹੋ ਚੁੱਕੀ ਹੈ। ਤੇ ਫਿਰ ਵਾਪਸ ਦੱਖਣ ਤਰਫ ਨਹੀਂ ਜਾਂਦੇ, ਉੱਤਰ ਤਰਫ ਵਾਪਸ ਨਾਰਥ ਦੀ ਤਰਫ ਦਿੱਲੀ ਤਰਫ ਚਲੇ ਜਾਂਦੇ ਹਨ। ਤੇ ਬਹਾਦਰ ਸ਼ਾਹ ਨੂੰ ਪਤਾ ਸੀ ਭਾਈ ਨੰਦ ਲਾਲ ਜੀ ਦੀ ਰਿਸ਼ਤਾ ਬੜਾ ਅੱਛਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਇਸਨੇ ਭਾਈ ਨੰਦ ਲਾਲ ਜੀ ਨੂੰ ਭੇਜਿਆ, ਮਹਾਰਾਜ ਦੇ ਦਰਸ਼ਨ ਕੀਤੇ ਦਿੱਲੀ ਇਸਨੇ, ਤੇ ਨਾਲੇ ਇਹ ਵੀ ਨਾਲ ਕੀਤੀ ਕਿ ਤੁਸੀਂ ਬਹਾਦਰ ਸ਼ਾਹ ਦੀ ਹੈਲਪ ਕਰੋ ਤੇ ਉਸਨੂੰ ਇੰਡੀਆ ਦਾ ਅਗਲਾ ਬਣਾਓ, ਅਗਲਾ ਐਮਪਰਰ ਬਣਾਓ, ਤੇ ਬਣਾ ਕੇ ਇਹ ਫਿਰ ਜਿਹੜੀਆਂ ਤੁਹਾਡੀਆਂ ਕੰਪਲੇਨਸ ਨੇ ਐਡਰੈਸ ਕਰਨਗੇ ਸਾਰੀਆਂ। ਮਹਾਰਾਜ ਨੇ ਭਾਈ ਨੰਦ ਲਾਲ ਜੀ ਦੀ ਗੱਲ ਨੂੰ ਸਵੀਕਾਰ ਕੀਤਾ, ਉਹਨੇ ਦਰਸ਼ਨ ਦਿਦਾਰੇ ਮੇਲੇ ਕੀਤੇ। ਤੇ ਇਹ ਕਰਨ ਤੋਂ ਬਾਅਦ ਫਿਰ ਭਾਈ ਸਾਹਿਬ ਜਿਹੜੇ ਹਨ ਮਹਾਰਾਜ ਨਾਲ ਰਹੇ ਉੱਥੇ ਆਗਰੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਗਰੇ ਆ ਗਏ। ਤੇ ਉੱਥੋਂ ਫਿਰ ਸਾਰਿਆਂ ਨੂੰ ਪਤਾ ਹੈ ਕਿ ਫਿਰ ਗੁਰੂ ਆਪ ਕਾਫਲੇ ਦੇ ਨਾਲ ਨਾਂਦੇੜ ਵਾਪਸ ਜਾਂਦੇ ਹਨ ਆਗਰੇ ਤੋਂ ਬਹਾਦਰ ਸ਼ਾਹ ਦੇ ਨਾਲ, ਕਿਉਂਕਿ ਬਹਾਦਰ ਸ਼ਾਹ ਦਾ ਛੋਟਾ ਬੇਟਾ ਹਾਲੇ ਵੀ ਦੱਖਣ ਵਿੱਚ ਪ੍ਰੋਬਲਮ ਕ੍ਰੀਏਟ ਕਰਦਾ ਉਹਦੇ ਵਾਸਤੇ, ਤੇ ਉਹਦੇ ਨਾਲ ਜੰਗ ਕਰਨ ਵਾਸਤੇ ਬਹਾਦਰ ਸ਼ਾਹ goes south down south and he accompanies him। ਤੇ ਉਸ ਦੇ ਨਾਲ ਭਾਈ ਨੰਦ ਲਾਲ ਵੀ ਨਾਲ ਜਾਂਦੇ ਹਨ ਮਹਾਰਾਜ ਦੇ ਨਾਲ। ਤੇ ਉੱਥੇ ਨਾਂਦੇੜ ਭਾਈ ਨੰਦ ਲਾਲ ਮੌਜੂਦ ਸਨ ਜਦੋਂ ਗੁਰਿਆਈ ਬਖਸ਼ੀ ਗਈ। ਜਦੋਂ ਗੁਰਿਆਈ ਬਖਸ਼ੀ ਗਈ ਭਾਈ ਨੰਦ ਲਾਲ ਉੱਥੇ ਸਣ ਆਪ, ਔਰ ਇਸ ਗੱਲ ਦੇ ਪ੍ਰੂਫ ਹੋਰ ਜਗ੍ਹਾ ਤੋਂ ਮਿਲਦੇ ਹੀ ਹਨ ਬੜੇ, ਲੇਕਿਨ ਉਹਨਾਂ ਦੇ ਰਹਿਤਨਾਮਿਆਂ ਵਿੱਚੋਂ ਵੀ ਇਹ ਪ੍ਰੂਫ ਮਿਲਦੇ ਹਨ ਕਿ ਭਾਈ ਨੰਦ ਲਾਲ ਉੱਥੇ ਮੌਜੂਦ ਸਨ ਉਸ ਵੇਲੇ। ਤੇ ਮਹਾਰਾਜ ਦੇ ਚਰਨਾਂ ਵਿੱਚ ਰਹੇ, ਜਿੱਥੇ ਜਿਤਨੀ ਦੇਰ ਰਹੇ ਨਾਲ, ਪੂਰਾ ਟਾਈਮ ਨਾਲ ਰਹੇ, ਉੱਥੋਂ ਲੈ ਕੇ ਆਗਰੇ ਤੋਂ ਲੈ ਕੇ ਨਾਂਦੇੜ ਤੱਕ। ਤੇ ਨਾਂਦੇੜ ਜਦੋਂ ਮਹਾਰਾਜ ਦੀ ਜੋਤੀ ਜੋਤ ਸਮਾਨ ਤੋਂ ਬਾਅਦ ਉੱਥੋਂ ਗਏ ਵਾਪਸ, ਤੇ ਉੱਥੇ ਤੱਕ ਨਾਲ ਰਹੇ। ਤੇ ਜਦੋਂ ਮਹਾਰਾਜ ਗਏ ਹਨ ਇੱਥੋਂ, ਜਦੋਂ ਸਰੀਰ ਤਿਆਗ ਗਿਆ ਉਹਨਾਂ ਨੇ, ਤੇ ਉਹਨੂੰ ਉਸ ਵੇਲੇ ਸਿੱਖਾਂ 'ਚ ਬੜੇ ਕੁਐਸਚਨ ਸਨ ਬੜੇ ਕਿ ਤੁਹਾਡੇ ਦਰਸ਼ਨ ਦਿਦਾਰੇ ਕਿਸ ਤਰ੍ਹਾਂ ਹੋਣਗੇ and everything, and I think it's 9:45 now and I might not have time
to go over the entire thing. You know, it might take a lot more time than I want to take my time doing it. Maybe we'll continue with the next session which. ਪਰ ਉਹਨਾਂ ਦੀ ਲਾਈਫ ਦੇ ਉੱਤੇ ਦੱਸਦੇ ਆਂ, and we'll talk about this composition ਉਹਨਾਂ ਦੀ ਅਗਲੀ ਸੰਡੇ ਨੂੰ when I talk about it. ਤੇ ਉੱਥੇ ਰਹਿੰਦੇ ਹਨ, ਉਹਨਾਂ ਨਾਲ ਨਾਂਦੇੜ ਰਹੇ ਹਨ ਕਾਫੀ ਦੇਰ। ਮਹਾਰਾਜ ਦੀ ਜੋਤੀ ਜੋਤ ਸਮਾਨ ਤੋਂ ਬਾਅਦ ਜਦੋਂ ਬੰਦਾ ਬਹਾਦਰ ਨੂੰ ਭੇਜਿਆ 5 ਤੀਰ ਭੇਜ ਕੇ ਵਾਪਸ, ਤੇ ਇਹਨਾਂ ਨੂੰ ਵੀ ਹੁਕਮ ਹੋਇਆ ਕਿ ਤੁਸੀਂ ਹੁਣ ਆਪਣੇ ਘਰ ਚਲੇ ਜਾਓ। ਇਹ ਨੌਕਰੀ ਛੋੜ ਕੇ ਆਪਣੀ ਇਹ ਵਾਪਸ ਮੁਲਤਾਨ ਚਲੇ ਜਾਂਦੇ ਹਨ ਨਾਂਦੇੜ ਤੋਂ। ਤੇ ਮੁਲਤਾਨ ਜਾ ਕੇ ਪ੍ਰਮਾਤਮਾ ਦੀ ਬੰਦਗੀ ਵਿੱਚ ਜ਼ਿਆਦਾ ਟਾਈਮ ਬਿਤਾਉਂਦੇ ਹਨ। ਤੇ ਇੱਕ ਉੱਥੇ ਸਕੂਲ ਖੋਲਦੇ ਹਨ, ਉੱਥੇ ਜਿਹੜਾ ਸਕੂਲ ਕਹਿੰਦੇ ਹਨ 1860s 70s ਤੱਕ ਸਕੂਲ ਸੀ ਉੱਥੇ ਮੁਲਤਾਨ ਵਿੱਚ। ਇਹ ਵਾਲਾ ਉਹਨਾਂ ਦੀ ਫੈਮਿਲੀ ਅੱਗੇ ਚਲਾਉਂਦੀ ਰਹੀ ਉਹ ਸਕੂਲ। ਤੇ ਉਸ ਸਕੂਲ ਵਿੱਚ ਸੰਗੀਤ ਦੀ ਵਿਦਿਆ, ਅਰਬੀ ਦੀ, ਫਾਰਸੀ ਦੀ, ਸੰਸਕ੍ਰਿਤ ਦੀ, ਸ਼ਾਸਤਰਾਂ ਦੀ ਵਿਦਿਆ ਚਲਦੀ ਰਹੀ ਉਸ ਸਕੂਲ ਵਿੱਚ। ਤੇ ਉਸ ਸਕੂਲ ਦੇ ਅੱਗੇ ਜਿਹੜੀ ਪੀੜ੍ਹੀ ਉਹਨਾਂ ਦੀ ਅੱਗੇ ਚੱਲੀ, ਜਿਹੜੀ ਪੀੜ੍ਹੀ, ਤੇ ਉਹਨਾਂ ਦੀ 3rd ਜਿਹੜੀ ਪੀੜ੍ਹੀ ਤੋਂ ਬਾਅਦ ਜਿਹੜੇ ਨਾਂ ਜਿਹੜੇ ਆਏ ਹਨ ਮੇਰੇ ਕੋਲ, ਜਿਹੜਾ ਉਹਨਾਂ ਦੇ ਬੰਸੀ ਲਾਵਾ ਹੈ ਮੇਰੇ ਕੋਲ, I can share that with everybody on the chat group. ਬੜੇ ਲੋਕਾਂ ਨੇ ਛਾਪਿਆ ਉਹਨਾਂ ਦੀ ਫੈਮਿਲੀ ਲਿਨੀਏਜ ਨੂੰ। ਤੇ ਉਹਨਾਂ ਦੀ ਅਗਲੇ ਜਿਹੜੀ ਉਸ ਤੋਂ ਅਗਲੀ ਪੀੜ੍ਹੀ ਨਹੀਂ ਤੇ ਬਲਕਿ 3rd ਪੀੜ੍ਹੀ ਤੋਂ ਬਾਅਦ ਸਾਰਿਆਂ ਦੇ ਨਾਂ ਦੇ ਅੱਗੇ ਸਿੰਘ ਹਨ। ਇਹਦਾ ਮਤਲਬ ਖਾਲਸੇ ਸੱਜੇ ਹਨ ਸਾਰੇ, ਕਿਉਂਕਿ ਆਪ ਤੇ ਉਹਨਾਂ ਵੱਡਾ ਤੇ ਕੋਈ ਵੱਡਾ ਸਿੱਖ ਹੋਇਆ ਹੀ ਨਹੀਂ ਕੋਈ, ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਲਿਖੀਆਂ ਹਨ। ਉਹਨਾਂ ਵੱਡਾ ਕੋਈ ਸਿੱਖ ਨਹੀਂ ਹੋਇਆ। ਤੇ ਸੋ ਆਪ ਸਿੱਖ ਤੇ ਉਸ ਵੇਲੇ ਸਾਣੀ, ਕਈਆਂ ਨੇ ਲਿਖਿਆ ਕਿ ਅੰਮ੍ਰਿਤ ਛਕਿਆ, ਕਈਆਂ ਨੇ ਲਿਖਿਆ ਨਹੀਂ ਛਕਿਆ। I don't want to go into that controversy ਕਿ ਕੀਤਾ ਕਿ ਨਹੀਂ ਕੀਤਾ। ਭਾਈ ਨੰਦ ਲਾਲ ਹੀ, ਕਈਆਂ ਨੇ ਭਾਈ ਨੰਦ ਲਾਲ ਸਿੰਘ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਭਾਈ, ਪਰ ਜ਼ਿਆਦਾਤਰ ਬਾਣੀ ਵਿੱਚ ਭਾਈ ਨੰਦ ਲਾਲ ਹੀ ਵਰਡ ਆਏ ਹਨ। ਤੇ ਭਾਈ ਸਾਹਿਬ ਜੀ ਕਰਕੇ ਪੁਕਾਰਿਆ ਜਾਂਦਾ ਸੀ। ਗੁਰੂ ਆਪ ਉਹਨਾਂ ਨੂੰ ਭਾਈ ਸਾਹਿਬ ਜੀ ਕਰਕੇ ਪੁਕਾਰਦੇ ਸਨ। ਆਪ ਗੁਰੂ ਉਹਨਾਂ ਨੂੰ ਇਹ ਮੁਖਾਤਿਬ ਭਾਈ ਸਾਹਿਬ ਜੀ ਕਰਕੇ ਉਹਨਾਂ ਨੂੰ ਮੁਖਾਤਿਬ ਕੀਤਾ ਜਾਂਦਾ ਸੀ। ਇਤਨੀ ਇੱਜ਼ਤ ਮਾਨ ਗੁਰੂ ਘਰ ਵਿੱਚ ਸੀ ਉਹਨਾਂ ਦਾ। ਤੇ ਉੱਥੇ ਰਹਿੰਦੇ ਹਨ ਤੇ ਉਹ ਸਕੂਲ ਚਲਾਉਂਦੇ ਹਨ। ਤੇ ਉਹਨਾਂ ਦੀ ਜੋਤੀ ਜੋਤ ਸਮਾਨ ਦੀ ਉਹਨਾਂ ਦੀ ਡੈਥ ਦਾ ਸਮਾਂ ਕਈਆਂ ਨੇ 1713 ਲਿਖਿਆ, ਕਈਆਂ ਨੇ 1715 1716 ਲਿਖਿਆ ਹੈ। ਤੇ ਮਹਾਰਾਜ ਦੀ ਜਾਣ ਤੋਂ ਬਾਅਦ 7-8 ਸਾਲ ਹੋ ਰਹੇ ਹਨ ਉਹ ਮੁਲਤਾਨ। ਤੇ ਉੱਥੇ ਰਹਿ ਕੇ ਤੇ ਗੁਰੂ ਪੰਥ ਦੀ ਸੇਵਾ ਕੀਤੀ ਹੈ, ਉੱਥੇ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ, ਸਕੂਲ ਚਲਾਏ ਹਨ। ਤੇ ਆਪਣੀ ਫੈਮਿਲੀ ਦੇ ਪੈਸੇ ਨਾਲ ਸਕੂਲ ਚਲਾਏ ਉਹਨਾਂ ਨੇ। ਸਕੂਲ ਚਲਾ ਕੇ ਵਿਦਿਆ ਜਿਹੜੀ ਹੈ ਅਰਬੀ ਫਾਰਸੀ ਦੀ, ਤੇ ਉਸ ਵੇਲੇ ਫਾਰਸੀ ਜਾਣਨਾ ਬੜਾ ਇੰਪੋਰਟੈਂਟ ਹੁੰਦਾ ਸੀ, ਕਿਉਂਕਿ ਸਟੇਟ ਦੀਆਂ ਜੌਬਸ ਜਿਹੜੀਆਂ ਉਹ ਫਾਰਸੀ ਨਾ ਆਉਂਦੇ ਹਨ, ਸਟੇਟ ਦੀਆਂ ਜੌਬਸ ਨਹੀਂ ਮਿਲਦੀਆਂ ਸਨ। ਤੇ ਬੜੇ ਯੰਗ ਬੰਦਿਆਂ ਨੂੰ ਟ੍ਰੇਨ ਕਰਨਾ, ਫਾਰਸੀ ਸਿਖਾਉਣਾ, ਤਾਂ ਕਿ ਉਹਨਾਂ ਨੂੰ ਕਿਧਰੇ ਨਾ ਕਿਧਰੇ ਉਹਨਾਂ ਦਾ ਰੋਜ਼ਗਾਰ ਲੱਗ ਜਾਏ। ਉਹਨਾਂ ਦਾ ਮਿਊਜ਼ਿਕ ਦੀ ਟ੍ਰੇਨਿੰਗ ਵੀ ਦਿੰਦੇ ਸਨ। ਤੇ ਇਹ ਟ੍ਰੇਨਿੰਗ ਜਿਹੜੀ ਹੈ ਅੱਗੇ ਜਾ ਕੇ ਉਹਨਾਂ ਦੀ ਫੈਮਿਲੀ ਵਿੱਚ ਲੀਨੀਏਜ ਲਿਖਿਆ ਹੋਇਆ ਕਿ 1860-70 ਤੱਕ ਪ੍ਰੂਫ ਮਿਲਦੇ ਹਨ ਕਿ ਸਕੂਲ ਜਿਹੜਾ ਹੈ ਮੁਲਤਾਨ ਵਿੱਚ ਚੱਲਦਾ ਰਿਹਾ ਹੈ। ਹੁਣ ਕੋਈ ਪ੍ਰੂਫ ਨਹੀਂ ਮਿਲਦਾ। 1947 ਤੋਂ ਬਾਅਦ अर्ਲੀ 1900s ਤੱਕ ਇਹਨਾਂ ਦੀ ਫੈਮਿਲੀ ਵਿੱਚੋਂ ਬੰਦੇ ਜਿਹੜੇ ਹਨ ਅੱਗੇ ਆਉਂਦੇ ਸਨ ਤੇ ਦੱਸਦੇ ਸਨ ਕਿ ਉਹਨਾਂ ਦੀ ਫੈਮਿਲੀ ਵਿੱਚੋਂ ਇੱਕ ਇੰਗਲਿਸ਼ ਦੀ ਟ੍ਰਾਂਸਲੇਸ਼ਨ ਵੀ ਮਿਲਦੀ ਹੈ ਉਹਨਾਂ ਦੀ ਬਾਣੀ ਦੀ, ਉਹਨਾਂ ਦੀ ਲਾਈਫ ਦੇ ਵਿੱਚੋਂ, ਜਿਹੜੀ ਕਿ ਅਵੇਲੇਬਲ ਹੈ sikhbookclub.com ਤੇ ਤੁਸੀਂ ਦੇਖ ਸਕਦੇ ਹੋ ਜਾ ਕੇ। ਤੇ ਉਹਨਾਂ ਦੀ ਫੈਮਿਲੀ ਜਿਹੜੀ ਹੈ ਹੁਣ ਜਿਹੜੀ ਹੈ ਇੰਡੀਆ ਵਿੱਚ ਡਿਫਰੈਂਟ ਜਗ੍ਹਾ ਤੇ ਉਹਨਾਂ ਦੀ ਫੈਮਿਲੀ ਹੈ। ਤੇ ਉਹਨਾਂ ਦੀ ਫੈਮਿਲੀ ਲੀਨੀਏਜ ਹੁਣ ਤੱਕ ਮੌਜੂਦ ਹੈ ਉਹਨਾਂ ਦੀ ਫੈਮਿਲੀ ਦੀ ਲੀਨੀਏਜ ਵਿੱਚੋਂ। ਸੋ ਇਹ ਛੋਟਾ ਜਿਹਾ ਇੱਕ ਕੈਪਸੂਲ ਫਾਰਮ ਵਿੱਚ ਤੁਹਾਡੇ ਸਾਹਮਣੇ ਭਾਈ ਨੰਦ ਲਾਲ ਜੀ ਦੀ ਲਾਈਫ ਆਮ ਟਰਾਈ ਟੂ ਪੁੱਟ ਟੂਗੇਦਰ। I'm going to stay here another 2 or 3 minutes. So and then ਇੱਕ ਗੱਲ ਵੀ ਇੰਪੋਰਟੈਂਟ ਰਹਿ ਗਈ ਉਹਨਾਂ ਦੀ, ਉਹ ਹੈ ਰਹਿਤਨਾਮਾ ਉਹਨਾਂ ਦਾ, ਜਿਹੜਾ ਮੈਂ next Sunday ਨੂੰ I will go through it and I'll try to at least the important part of the ਰਹਿਤਨਾਮਾ ਮੈਂ ਜ਼ਰੂਰ ਡਿਸਕਸ ਕਰਨਾ ਚਾਹੁੰਦਾ, ਬਿਕਾਜ਼ ਉੱਥੇ ਸਿੱਖੀਜ਼ਮ ਦੇ ਗੁਰੂ ਨਾਨਕ ਦੇ ਘਰ ਦੀਆਂ ਬੜੀਆਂ ਵੱਡੀਆਂ ਇੰਪੋਰਟੈਂਟ ਗੱਲਾਂ ਲਿਖੀਆਂ ਹੋਈਆਂ ਹਨ ਤੇ ਜਿਹੜੀਆਂ ਸਮਝਣੀਆਂ ਇੰਪੋਰਟੈਂਟ ਹਨ ਬੜੀਆਂ, so that I will discuss it next time. Anji, so I'll stay here another 2 or 3 minutes. If anybody has any questions, I will wait and I'll try my best to answer. ਵੀਰ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ। ਮੇਰਾ ਇੱਕ ਕੁਐਸਚਨ ਸੀ ਵੀਰ ਜੀ, ਇਹ ਨਾ ਭੱਟਾਂ ਦੇ ਸਵਈਏ ਚ ਆਂਦਾ ਐਂਡ ਚ ਨਾ ਕਈ ਵਰਡਸ ਦੇ ਪਿੱਛੇ 2 ਬਿੰਦੀਆਂ ਆਉਂਦੀਆਂ, ਉਹਨਾਂ ਨੂੰ ਪ੍ਰੋਨਾਉਂਸ ਕਿਦਾਂ ਕਰਨਾ? ਵੀਰ ਜੀ ਇਹ ਤੁਸੀਂ ਅਗਰ ਉਹ
I will address that ਵੀਰ ਜੀ next week ਵਾਲੇ ਮੈਂ ਦੇਖਾਂਗਾ ਆਪਕੀ ਕਿਹੜੀਆਂ ਬਿੰਦੀਆਂ ਬਾਰੇ ਅਗਰ ਅੱਜ ਜੋ ਡਿਸਕਸ਼ਨ ਹੋਈ ਹੈ ਉਹਦੇ ਮੁਤਾਲਕ ਕੋਈ ਹੈ ਕੁਐਸਚਨ ਤੇ ਮੈਨੂੰ ਦੱਸ ਦਿਓ ਇਹ ਤੁਹਾਡਾ ਕੁਐਸਚਨ ਹੈ next week I'll try to see myself what that is before I say something maybe ਵਿਸਰਗ ਹੋਵੇ ਸ਼ਾਇਦ ਵਿਸਰਗ ਬਾਰੇ ਗੱਲ ਕਰ ਰਹੇ ਹੋ but I'm not 100% sure so ਮੈਨੂੰ ਤੁਸੀਂ ਨਾ WhatsApp ਗਰੁੱਪ ਤੇ ਪੇਜ ਨੰਬਰ ਦੱਸ ਦਿਓ ਜਿੱਥੇ ਤੁਸੀਂ ਦੇਖੀਆਂ ਬਿੰਦੀਆਂ ਠੀਕ ਹੈ ਵੀਰ ਜੀ ਦੇਖ ਸਕਦੇ ਹੋ ਹਾਂਜੀ Hanji. Anybody else? Any no questions at all? Okay, ji. Then if no questions at all, then I will see everybody next week. Thank you for attending, and I hopefully everybody got some knowledge about this very, very important Sikh personality. In this zindagi bare. Gurdware chun kat discussion hundi hai na bare. Lekin tusi aap padhna hai. Te aap padh ke is gal nu samajhna hai ji. So, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ